ਅੱਜ ਦਾ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਜੇਸ਼ ਮਹਿਰਾ। ਅੱਜ ਇੱਕ ਬੜੇ ਗੰਭੀਰ ਮੁੱਦੇ ਤੇ ਚਰਚਾ ਕਰਾਂਗੇ। ਉਹ ਮੁੱਦਾ ਹੈ, ਸਾਰੇ ਦੇਸ਼ ਨੂੰ ਪਤਾ ਹੈ, ਚੀਨ ਭਾਰਤ ਦਾ ਸੀਮਾ ਵਿਵਾਦ। ਬੀਤੇ ਦਿਨੀ ਗਲਵਾਨ ਘਾਟੀ ਵਿੱਚ ਗੱਦਾਰ ਚੀਨ ਪੜੋਸੀ ਦੁਆਰਾ ਖੂਨੀ ਸੰਘਰਸ਼ ਹੋਇਆ, ਜਿਹਦੇ ਕਰਕੇ ਦੇਸ਼ 'ਚ ਗੁੱਸਾ, ਕਿਉਂਕਿ ਸਾਡੇ ਇੱਕ ਅਫਸਰ ਸਮੇਤ 20 ਜਵਾਨ ਸ਼ਹੀਦ ਹੋ ਗਏ। ਉਹਨਾਂ ਸ਼ਹੀਦਾਂ ਦਾ ਸਾਰੇ ਦੇਸ਼ 'ਚ ਗਮ ਵੀ ਹੈ ਤੇ ਉਹਦੇ ਕਰਕੇ ਬਹੁਤ ਸਾਰੇ ਸਵਾਲ ਖੜੇ ਹੋ ਗਏ। ਕਾਂਗਰਸ ਦੇ ਸਿਪਾਹ ਸਲਾਰ ਰਾਹੁਲ ਗਾਂਧੀ ਨੇ ਕਿਹਾ ਕਿ ਲਦਾਖ ਘਾਟੀ ਦੇ ਵਿੱਚ ਸਾਡੀ ਆਰਮੀ ਦੇ ਜਵਾਨ ਸ਼ਸਤਰਹੀਨ ਕਿਉਂ ਸੀਗੇ, ਉਹਨਾਂ ਨੂੰ ਸ਼ਸਤਰਹੀਨ ਕਰਕੇ ਕਿਉਂ ਭੇਜਿਆ ਗਿਆ, ਉਹਨਾਂ ਦੀ ਸ਼ਹਾਦਤ ਦਾ ਜ਼ਿੰਮੇਦਾਰ ਕੌਣ ਹੈ? ਸਵਾਲ ਬੜਾ ਵੱਡਾ ਹੈ। ਭਾਵ ਕਿ ਸਿੱਧਾ ਸਿੱਧਾ ਕਾਂਗਰਸ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਕਿ ਇਹਦਾ ਜ਼ਿੰਮੇਦਾਰ ਕੌਣ ਹੈ। ਅੱਜ ਦੇਸ਼ ਵੀ ਪੁੱਛ ਰਿਹਾ, ਪਰ ਇਹਦਾ ਜਵਾਬ ਵਿਦੇਸ਼ ਮੰਤਰਾਲਿਆ ਐਸ ਜੈਸ਼ੰਕਰ ਨੇ ਦੇ ਦਿੱਤਾ। ਉਹਨਾਂ ਨੇ ਕਿਹਾ ਕਿ 1996 ਤੇ 2005 ਦੇ ਵਿੱਚ ਇਹ ਪ੍ਰਾਚੀਨ ਪ੍ਰਥਾ ਹੈ ਕਿ ਜਿੱਥੇ ਝੜਪਾਂ ਹੋਣਗੀਆਂ, ਜਿਹੜੇ ਸਾਡੇ ਸਰਹੱਦੀ ਇਲਾਕੇ ਨੇ, ਉੱਥੇ ਸਾਡੇ ਦੋਨਾਂ ਦੇਸ਼ਾਂ ਦੇ ਵਿੱਚ ਕੋਈ ਗੋਲਾਬਾਰੀ ਹਥਿਆਰ ਨਹੀਂ ਚਲਾਏਗਾ। ਮਕਸਦ ਭਾਵ ਇਹੀ ਸੀਗਾ ਵੀ ਅਗਰ ਗੋਲਾਬਾਰੀ ਹਥਿਆਰ ਚੱਲਦੇ ਆ ਤੇ ਜਾਨਾਂ ਜਾ ਸਕਦੀਆਂ। ਛੋਟੇ-ਮੋਟੇ ਧੁੱਕਾ ਮੁੱਕੀ ਜਿਹੜੀ ਪਹਿਲਾਂ ਵੀ ਹੋਈ ਸੀ, 100 ਜਵਾਨ ਜ਼ਖਮੀ ਵੀ ਹੋਏ ਸੀ ਦੋਨੋਂ ਪਾਸਿਓਂ, ਪਰ ਇਹ ਜਿਹੜਾ ਮਕਸਦ ਹੈ ਉਹ ਅੱਜ ਇਹ ਮਕਸਦ ਸਾਰਾ ਫੇਲ ਹੋ ਗਿਆ, ਕਿਉਂਕਿ ਉਹਦੇ ਨਾਲ ਸਾਡੇ 20 ਜਵਾਨ ਸ਼ਹੀਦ ਹੋ ਗਏ। ਹਾਲਾਂਕਿ ਖਬਰਾਂ ਤਾਂ ਇਹ ਵੀ ਨੇ ਕਿ ਚਾਈਨਾ ਵਾਲੇ ਪਾਸੇ ਵੀ ਸਾਡੇ ਜਵਾਨਾਂ ਨੇ ਕੋਈ ਕਸਰ ਨਹੀਂ ਛੱਡੀ ਸੀ। ਸੈਟਲਾਈਟ ਥਰੂ ਪਤਾ ਲੱਗਿਆ, ਔਰ ਚਾਈਨਾ ਤੋਂ ਜਿਹੜੇ ਗਲੋਬਲ ਟਾਈਮ ਦੇ ਪੱਤਰਕਾਰ ਆ, ਉਹਨਾਂ ਨੇ ਇੱਕ ਗੱਲ ਕੀਤੀ ਆ, ਦੱਸਿਆ, ਉਹਨਾਂ ਨੇ ਖੁਲਾਸਾ ਕੀਤਾ। ਕਿੰਨਾ ਸਹੀ ਕਿੰਨਾ ਗਲਤ ਹੈ ਹਾਲੇ ਤਾਂ ਉਹਦਾ ਵੀ ਕੋਈ ਪਤਾ ਨਹੀਂ ਲੱਗ ਸਕਿਆ ਪੂਰਾ, ਪਰ ਉਹਨਾਂ ਨੇ ਇਹ ਕਿਹਾ ਵੀ ਜਦੋਂ ਹੈਲੀਕਾਪਟਰ ਆਇਆ ਸੀ ਉਦੋਂ 46 ਸਟ੍ਰੈਚਰ ਜਿਹੜੇ ਸੀਗੇ ਉਹ ਲੱਦੇ ਗਏ, ਉੱਥੇ ਪਹੁੰਚਾਏ ਗਏ, ਉੱਥੋਂ ਚੱਕੇ ਗਏ। ਹੁਣ ਇਹਦਾ ਭਾਵ ਇਹੀ ਆ ਵੀ ਉਹਨਾਂ ਦੇ 46 ਜਵਾਨ ਵੀ ਜਾਂ ਤਾਂ ਹਤਾਹਤ ਹੋਏ ਨੇ ਜਾਂ ਜ਼ਖਮੀ ਹੋਏ ਨੇ, ਕਿਉਂਕਿ ਚਾਈਨਾ ਨੇ ਹਜੇ ਕੋਈ ਖਬਰ ਨਹੀਂ ਕੱਢੀ। ਹੁਣ ਸਵਾਲ ਸਾਡੇ ਹਿੰਦੁਸਤਾਨ 'ਚ ਆ ਵੀ ਸਾਡਾ ਇੱਕ ਇੱਕ ਜਵਾਨ ਦੀ ਜਿਹੜੀ ਜਾਨ ਆ ਬਹੁਤ ਕੀਮਤੀ ਆ। ਉਹ ਬਿਨਾਂ ਹੀ, ਚਾਹੇ ਚਾਈਨਾ ਨੇ ਛੜਯੰਤਰ ਰਚਿਆ, ਚਾਹੇ ਕੁਝ ਵੀ ਰਚਿਆ, ਕਿਉਂਕਿ ਸ਼ਾਂਤੀ ਵਾਰਤਾ ਦੀਆਂ ਗੱਲਾਂ ਤਾਂ ਬਹੁਤ ਚੱਲਦੀਆਂ ਸੀ, ਸ਼ਾਂਤੀ ਵਾਰਤਾ ਉਹਨਾਂ ਨੇ ਨਹੀਂ ਮੰਨੀ। ਔਰ ਹੁਣ ਵੀ ਚਾਈਨਾ ਇਹ ਕਹਿ ਰਿਹਾ ਕਿ ਮੈਂ ਭਾਰਤ ਨਾਲ ਸ਼ਾਂਤੀ ਚਾਹੁੰਦਾ, ਅਸੀਂ ਯੁੱਧ ਨਹੀਂ ਚਾਹੁੰਦੇ, ਅਸੀਂ ਕੰਮ ਚਾਹੁੰਦੇ ਹਾਂ। ਅੱਜ ਪੂਰਾ ਦੇਸ਼
ਚਾਈਨਾ ਨੂੰ ਬਾਕਆਊਟ ਕਰ ਰਿਹਾ ਕਿਉਂਕਿ ਕੋਈ ਕੰਮ ਨਹੀਂ ਕਰਨਾ। ਉਹ ਕਹਿੰਦੇ ਚਾਈਨਾ ਦਾ ਕੋਈ ਕੰਮ ਨਹੀਂ ਹੋਣਾ ਚਾਹੀਦਾ, ਚਾਈਨਾ ਦਾ ਕੋਈ ਪ੍ਰੋਡਕਟ ਸਾਡੇ ਦੇਸ਼ 'ਚ ਦਿਖਣਾ ਨਹੀਂ ਚਾਹੀਦਾ। ਸਾਰਾ ਦੇਸ਼ ਅੱਜ ਗੁੱਸੇ 'ਚ ਆ। ਤੁਸੀਂ ਦੇਖਿਆ ਹੋਣਾ ਕੱਲ ਪੂਰੇ ਦੇਸ਼ ਦੇ ਵਿੱਚ ਚਾਈਨਾ ਦੇ ਬਣੇ ਹੋਏ ਸਾਰੇ ਪ੍ਰੋਡਕਟ ਲੋਕਾਂ ਨੇ ਸੜਕਾਂ ਤੇ ਸੁੱਟਤੇ, ਅੱਗਜਣੀ ਕੀਤੀ, ਚਾਈਨਾ ਦੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ, ਪੋਸਟਰ ਫੂਕੇ। ਉਹ ਇਹ ਗੱਲਾਂ ਕਿਉਂ ਨੌਬਤ ਆ ਗਈ ਆ, ਇਹ ਸਾਰੇ ਸਵਾਲ ਨੇ। ਅੱਜ ਇਹਦੇ ਬਾਰੇ ਚਰਚਾ ਕਰਾਂਗੇ। ਬਹੁਤ ਵੱਡੀ ਇਕਨੋਮੀ ਚਾਈਨਾ ਦੀ ਸਾਡੇ ਦੇਸ਼ ਦੇ ਵਿੱਚ ਕੰਮ ਕਰ ਰਹੀ ਹੈ। ਘੱਟੋ ਘੱਟ ਜੇ ਦਵਾਈਆਂ ਦੀ ਗੱਲ ਕਰੀਏ ਤੇ 2.4 ਅਰਬ ਦੀਆਂ ਦਵਾਈਆਂ ਸਾਡੇ ਦੇਸ਼ 'ਚ ਆਉਂਦੀਆਂ। 70% ਦਵਾਈਆਂ ਦਾ ਜਿਹੜਾ ਰॉ ਮਟੀਰੀਅਲ ਉਹ ਚਾਈਨਾ ਤੋਂ ਆਉਂਦਾ। ਟੈਕਨੋਲੋਜੀ ਤੇ ਵੀ ਅਗਰ ਗੱਲ ਕਰੀਏ ਕਬਜ਼ਾ ਕੀਤਾ ਹੋਇਆ ਭਾਰਤ ਤੇ। ਹੋਰ ਵੀ ਬਹੁਤ ਕੁਝ ਹੈ, ਤੁਸੀਂ ਸਾਰੇ ਜਾਣਦੇ ਹੋ, ਤੇ ਸਾਰਿਆਂ ਤੇ ਚਰਚਾ ਕਰਾਂਗੇ। ਗੱਲ ਸੁਣਾਉਣਾ ਕਿਉਂਕਿ ਅੱਜ ਸਾਡੇ ਪ੍ਰਧਾਨ ਮੰਤਰੀ ਨੇ ਸਰਵ ਪਾਰਟੀ ਜਿਹੜੀ ਹੈ ਮੀਟਿੰਗ ਸੱਦੀ ਆ, ਉਹਦੇ ਵਿੱਚ ਕੀ ਹੋਇਆ ਤੇ ਹੁਣ ਗੱਲ ਕਰਾਂਗੇ ਔਰ ਸੁਣਾਂਗੇ ਵੀ ਪਹਿਲਾਂ ਲੀਡਰਾਂ ਦੀ। और बहनों, चीन ने हिंदुस्तान के शस्त्रहीन सैनिकों की हत्या करके एक बहुत बड़ा अपराध किया है। मैं पूछना चाहता हूँ, इन वीरों को बिना हथियार खतरे की ओर किसने भेजा और क्यों भेजा? कौन जिम्मेदार है? धन्यवाद। ਸਭ ਤੋਂ ਪਹਿਲਾਂ ਰੂਬਰੂ ਕਰਾਦਾ ਆਮ ਆਦਮੀ ਪਾਰਟੀ ਦੇ ਸਾਡੇ ਸੀਨੀਅਰ ਪ੍ਰਵਕਤਾ ਬੈਠੇ ਨੇ, ਹਰਜੀਤ ਸਿੰਘ ਪਰਵਾਨਾ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਜੀ ਸਰ। ਦੂਸਰੇ ਸੀਨੀਅਰ ਕਾਂਗਰਸੀ ਲੀਡਰ ਵਿਨੋਦ ਭਾਰਤੀ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਕਮਲਜੀਤ ਢਿੱਲੋਂ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਭਾਰਤੀ ਜੀ, ਜਿੱਦਾਂ ਤੁਹਾਡੇ ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਵਾਕਈ ਇਹ ਸਹੀ ਸਵਾਲ ਹੈ ਔਰ ਉਹਦਾ ਜ਼ਿੰਮੇਵਾਰੀ ਕਿਹਨੂੰ ਉਠਾਉਂਦੇ ਹੋ? ਮੇਰਾ ਸਾਹਿਬ, ਸਭ ਤੋਂ ਪਹਿਲਾਂ ਬੜੀ ਦੇਰ ਬਾਅਦ ਆਉਣ ਲਈ ਮੈਂ ਸਾਰੇ ਭਰਾਵਾਂ ਤੋਂ ਤੇ ਆਪਣੇ ਸਾਰੇ ਦਰਸ਼ਕਾਂ ਤੋਂ ਮਾਫੀ ਚਾਹੁੰਦਾ ਔਰ ਤੁਹਾਡਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਅੱਜ ਤੁਸੀਂ ਮੈਨੂੰ ਇਨਵਾਈਟ ਕੀਤਾ ਇੱਥੇ ਔਰ ਬੜੇ ਹੀ ਮਹੱਤਵਪੂਰਨ ਜੋ ਅੱਜ ਮੁੱਦਾ ਹੈ ਉਹਦੇ ਤੇ ਗੱਲਬਾਤ ਕਰਨ ਦਾ ਮੌਕਾ ਦਿੱਤਾ ਜੀ। ਜਿਹੜੀ ਗੱਲ ਰਾਹੁਲ ਗਾਂਧੀ ਜੀ ਨੇ ਕਹੀ ਹੈ ਉਹ ਇਕੱਲੇ ਰਾਹੁਲ ਗਾਂਧੀ ਜੀ ਦੀ ਆਵਾਜ਼ ਨਹੀਂ ਹੈ ਜੀ, ਉਹ ਨਾ ਹੀ ਇਕੱਲੇ ਕਾਂਗਰਸ ਵਰਕਰ ਦੀ ਆਵਾਜ਼ ਹੈ ਜੀ, ਬਲਕਿ ਅੱਜ ਸਾਰਾ ਦੇਸ਼ ਜਾਣਨਾ ਚਾਹੁੰਦਾ ਹੈ ਸਰਕਾਰ ਕੋਲੋਂ ਕਿ ਸਰਕਾਰ ਹੌਲੀ ਹੌਲੀ ਕੋਈ ਵੀ ਨਿਊਜ਼ ਜਿਹੜੀ ਹੈ ਦੇਸ਼ ਦੀ ਰੱਖਿਆ ਦੇ ਬਾਰੇ, ਚਾਈਨਾ ਨਾਲ ਹੋਈ ਭਿੜੰਤ ਬਾਰੇ ਦਬ ਕੇ ਕਿਉਂ ਦੇ ਰਹੀ ਹੈ। ਇਹ ਨਿਊਜ਼ ਜਿਹੜੀ ਹੈ ਉਹ ਲੋਕਾਂ ਨੂੰ ਦੱਸਣੀ ਚਾਹੀਦੀ ਹੈ ਕਿਉਂਕਿ ਦੇਸ਼ ਦਾ ਹਰ ਬਾਸ਼ਿੰਦਾ, ਦੇਸ਼ ਦਾ ਹਰ ਨਾਗਰਿਕ ਆਪਣੇ ਦੇਸ਼ ਲਈ ਮਰ ਮਿਟਣਾ ਚਾਹੁੰਦਾ ਹੈ ਔਰ ਕਦੀ ਵੀ ਇਹ ਟੋਲਰੇਟ ਨਹੀਂ ਕਰਦਾ, ਕਦੀ ਵੀ ਸਹਿਣ ਨਹੀਂ ਕਰਦਾ ਕਿ ਕੋਈ ਵੀ ਬਾਹਰਲਾ ਦੇਸ਼ ਸਾਡੀ ਏਕਤਾ ਨੂੰ, ਸਾਡੀ ਅਖੰਡਤਾ ਨੂੰ ਜਾਂ ਸਾਡੀ ਦੇਸ਼ ਭਗਤੀ ਨੂੰ ਕਿਤੇ ਵੀ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇ। ਇਸੇ ਕਰਕੇ ਤੁਹਾਡਾ ਮੈਂ ਸਮਝ ਜਾਂਦਾ ਕਿ ਸਾਡੇ ਨਾਲ ਕਾਲਰ ਜੁੜ ਗਏ ਨੇ। ਬੀਜੇਪੀ ਦੇ ਪ੍ਰਧਾਨ ਪੁਸ਼ਪਿੰਦਰ ਸਿੰਘਲ ਜੀ, ਆਵਾਜ਼ ਸੁਣ ਰਹੀ ਜੀ? ਸੁਣ ਰਹੀ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪੈਨਲ ਦੇ ਵਿੱਚ। ਅੱਜ ਬੜੇ ਮਹੱਤਵਪੂਰਨ ਮੁੱਦੇ ਤੇ ਅਸੀਂ ਗੱਲ ਚਰਚਾ ਕਰ ਰਹੇ ਹਾਂ। ਤੁਹਾਡੇ ਤੇ ਇੱਕ ਰਾਹੁਲ ਗਾਂਧੀ ਸਾਡੇ ਕਾਂਗਰਸ ਦੇ ਉਪਾਧਿਅਕਸ਼ ਨੇ, ਉਹਨਾਂ ਨੇ ਅੱਜ ਗੱਲ ਕੀਤੀ ਹੈ ਵੀ ਇਹਦੇ ਜ਼ਿੰਮੇਦਾਰ ਕੌਣ ਆ ਜਿਹੜੇ ਸਾਡੇ 20 ਸ਼ਹੀਦ ਹੋ ਗਏ ਜਵਾਨ। ਉਹ ਕਹਿੰਦੇ ਜੀ ਇਹਦੀ ਜ਼ਿੰਮੇਵਾਰੀ ਕੌਣ ਲਊਗਾ, ਕਿਹਨੂੰ ਜ਼ਿੰਮੇਵਾਰੀ ਠਹਿਰਾਵਾਂਗੇ ਆਪਾਂ, ਕਿਉਂਕਿ ਸ਼ਸਤਰਹੀਨ ਉੱਥੇ ਸਾਡੇ ਜਵਾਨ ਗਏ ਸੀ। ਉਹ ਕਹਿੰਦੇ ਇਹਦਾ ਜ਼ਿੰਮੇਦਾਰ ਕੌਣ ਹੈ? ਤੁਸੀਂ ਕਿਹਨੂੰ ਸਮਝਦੇ ਹੋ ਜ਼ਿੰਮੇਦਾਰ? ਤੁਸੀਂ ਕਿਹਨੂੰ ਸਮਝਦੇ ਹੋ? ਕਿਹਦੀ ਕਮੀ ਰਹੀ ਹੈ? ਕਿਉਂ ਹੋ ਗਏ ਸਾਡੇ ਜਵਾਨ ਸ਼ਹੀਦ? ਗੱਲ ਹੈ ਵੀ LOC ਤੇ ਜੋ ਨਿਯਮ ਬਣਾਏ ਜਾਂਦੇ ਆ, ਹਿੰਦੁਸਤਾਨ ਦੀ ਸੈਨਾ ਔਰ ਹਿੰਦੁਸਤਾਨ ਦੀ ਸਰਕਾਰ ਉਹਨੂੰ ਪੂਰਾ ਫਾਲੋ ਕਰਦੀ ਹੈ ਜੀ। ਰਾਹੁਲ ਗਾਂਧੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਜਿਹੜੀ ਅਸੀਂ ਕਾਰਗਿਲ ਦੀ ਜੰਗ ਵੀ ਜਿੱਤੀ ਸੀਗੀ ਜੀ, ਅਸੀਂ ਚਾਹੁੰਦੇ ਤਾਂ LOC ਪਾਰ ਕਰਕੇ ਜਿੱਤ ਸਕਦੇ ਸੀ, ਸਾਡੀ ਸੈਨਾ ਉੱਥੇ ਜਾ ਸਕਦੀ ਸੀ ਜੀ। ਲੇਕਿਨ ਅਟਲ ਬਿਹਾਰੀ ਵਾਜਪਾਈ ਨੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਅੰਤਰਗਤ ਰਹਿੰਦੇ ਹੋਏ ਆਪਣੀ ਜ਼ਮੀਨ ਤੋਂ ਪਾਕਿਸਤਾਨ ਦੀ ਫੌਜ ਨੂੰ ਮਾਰ ਦਿੱਤੀ ਜੀ। ਸੋ ਉਹੀ ਇਹ ਵਜ੍ਹਾ ਰਹੀ ਕਿ ਜਿਹੜੀ ਇੱਥੇ ਇੱਕ ਗੱਲ ਸੀ ਵੀ ਕੋਈ ਗੋਲੀ ਨਹੀਂ ਚਲਾਊਗਾ ਜੀ, ਉਸ ਗੱਲ ਦਾ ਪੂਰਾ ਇੰਟਰਨੈਸ਼ਨਲ ਕਾਨੂੰਨਾਂ ਦਾ ਪਾਲਣ ਕਰਦੇ ਹੋਏ ਸਾਡੀ ਫੌਜ ਕੋਲ ਇਹ ਨਹੀਂ ਕਿ ਅਸਲਾ ਨਹੀਂ ਸੀਗਾ ਜੀ, ਸਾਡੀ ਫੌਜ ਕੋਲ ਅਸਲਾ ਸੀਗਾ ਜੀ। ਲੇਕਿਨ ਅਸੀਂ ਸਾਡੇ ਹਿੰਦੁਸਤਾਨ ਦਾ ਧਰਮ ਹੈ ਔਰ ਇਹ ਕਹਿੰਦਾ ਵੀ ਅਸੀਂ ਕਿਸੇ ਦੇ ਪਹਿਲਾਂ ਹਮਲਾ ਨਹੀਂ ਕਰਾਂਗੇ ਜੀ, ਔਰ ਜੇ ਕੋਈ ਕਰੂਗਾ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਸਾਡੇ ਪ੍ਰਧਾਨ ਮੰਤਰੀ ਦਾ ਸਿੱਧਾ ਕਹਿਣਾ ਹੈ ਜੀ। ਇਸ ਕਰਕੇ ਉਹਨਾਂ ਨਿਯਮਾਂ ਦਾ ਪਾਲਨ ਕਰਦੇ ਹੋਏ ਅੰਤਰਰਾਸ਼ਟਰੀ ਦਾ ਗੋਲੀ ਭਾਰਤ ਦੀ ਸਰਕਾਰ, ਭਾਰਤ ਦੀਆਂ ਫੌਜਾਂ ਨੇ ਨਹੀਂ ਚਲਾਈ ਔਰ ਜਿਸ ਤਰ੍ਹਾਂ ਵੱਧ ਤੋਂ ਵੱਧ ਆਪਣੀ ਜਾਨ ਨਾਲ ਆਪਣੇ ਸ਼ਹੀਦ ਹੁੰਦੇ ਹੋਏ
ਆਪਣੇ ਤੋਂ ਦੁੱਗਣੀ ਗਿਣਤੀ ਦੇ ਵਿੱਚ ਚੀਨੀ ਫੌਜੀਆਂ ਨੂੰ ਮਾਰਿਆ। ਪਰ ਹਾਲ ਤੱਕ ਚਾਈਨਾ ਇਹਦੀ ਪੁਸ਼ਟੀ ਨਹੀਂ ਕਰਦਾ ਜੀ। ਪਾਕਿਸਤਾਨੀਆਂ ਹਰਕਤਾਂ ਨਾ ਕਰੇ, ਉਹ ਆਪਣਾ ਦਿਮਾਗ ਦਾ ਆਪਣਾ ਸੰਤੁਲਨ ਉਹਦਾ ਵਿਗੜ ਗਿਆ, ਉਹਨੂੰ ਦੇਖੇ ਇਲਾਜ ਕਰਾਏ। ਦੇਖੋ ਉਹਨਾਂ ਨੇ ਤਾਂ ਕੋਈ ਪੁਸ਼ਟੀ ਨਹੀਂ ਕੀਤੀ, ਲੇਕਿਨ ਫਿਰ ਵੀ ਅਸੀਂ ਕਹਿਣਾ ਚਾਹਾਂਗੇ ਅੱਜ ਪ੍ਰਧਾਨ ਮੰਤਰੀ ਜੀ ਸਰਵ ਪਾਰਟੀ ਦੀ ਉਹਨਾਂ ਨੇ ਮੀਟਿੰਗ ਕੀਤੀ ਹੈ, ਕੀ ਕਹਿਣਾ ਚਾਹੋਗੇ? ਪ੍ਰਧਾਨ ਮੰਤਰੀ ਜੀ ਨੇ ਆਲ ਪਾਰਟੀ ਮੀਟਿੰਗ ਕੀਤੀ ਹੈ, ਮੈਂ ਉਹ ਸੁਣੀ ਨਹੀਂ, ਮੈਨੂੰ ਨਹੀਂ ਪਤਾ ਉਹਦੇ ਕੀ ਹੋਇਆ ਕੀ ਨਹੀਂ ਹੋਇਆ, ਲੇਕਿਨ ਦੇਸ਼ ਦੀ ਏਕਤਾ ਔਰ ਅਖੰਡਤਾ ਦਾ ਜਿੱਥੇ ਸਵਾਲ ਹੈ, ਜਿੱਥੇ ਦੇਸ਼ ਦੀ ਰੱਖਿਆ ਦਾ ਸਵਾਲ ਹੈ, ਸਾਡੇ ਅਟਲ ਬਿਹਾਰੀ ਵਾਜਪਾਈ ਜੀ ਨੇ 71 ਦੇ ਜੰਗ 'ਚ ਦੇਵੀ ਇੰਦਰਾ ਗਾਂਧੀ ਨੂੰ ਦੇਵੀ ਦੁਰਗਾ ਕਿਹਾ ਸੀਗਾ ਜੀ। ਇਸ ਕਰਕੇ ਇਸ ਘੜੀ ਦੇ ਵਿੱਚ ਇਹੋ ਜਿਹੀਆਂ ਬਚਕਾਨੀਆਂ ਹਰਕਤਾਂ ਕਰਦੇ ਹੋਏ ਰਾਜਨੀਤੀ ਕਰਨਾ ਮਹਾਮੂਰਖਤਾ। ਚਲੋ ਤੁਸੀਂ ਸਮਝਦੇ ਹੋ ਰਾਜਨੀਤੀ ਹੋ ਰਹੀ ਹੈ। ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਮਾਂ ਦੇਣ 'ਚ। ਢਿੱਲੋਂ ਸਾਹਿਬ ਤੁਸੀਂ ਸੁਣਿਆ ਹੋਣਾ ਬੀਜੇਪੀ ਦੇ ਸਾਡੇ ਲੁਧਿਆਣਾ ਦੇ ਪ੍ਰਧਾਨ ਨੇ ਪੁਸ਼ਪਿੰਦਰ ਸਿੰਘਲ ਜੀ, ਉਹ ਕਹਿੰਦੇ ਵੀ ਕਾਂਗਰਸ ਬਚਕਾਨੀਆਂ ਹਰਕਤਾਂ ਕਰ ਰਹੀ ਹੈ, ਸਿਆਸਤ ਕਰ ਰਹੀ ਹੈ। ਕੀ ਵਾਕਈ ਇਸ ਤੇ ਸਿਆਸਤ ਹੋ ਰਹੀ ਹੈ? ਕੀ ਇਹ ਪੁੱਛਣਾ ਫਰਜ਼ ਹੈ ਕਿਸੇ ਦਾ, ਕਿਸੇ ਨਾਗਰਿਕ ਐਸੇ? ਚਲੋ ਆਪਾਂ ਸਿਆਸਤਦਾਨ ਨੇਤਾ ਨਾ ਵੀ ਮੰਨੀਏ, ਇੱਕ ਨਾਗਰਿਕ ਪੁੱਛ ਸਕਦਾ ਕਿ ਸਾਡੇ ਜਵਾਨਾਂ ਦੀ ਸ਼ਹਾਦਤ ਕਿੱਦਾਂ ਹੋਈ? ਮਹਾਰਾਜ ਜੀ ਗੱਲ ਇਸ ਤਰ੍ਹਾਂ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਜੀ ਜਦੋਂ ਇਹ ਆਪਣੀ ਹੋਂਦ 'ਚ ਆਏ ਜੀ, ਇਹਨਾਂ ਨੇ ਇੱਕ ਬੜਾ ਵੱਡਾ ਬਜਟ ਸੈਨਾ ਲਈ ਵੀ ਰੱਖਿਆ ਜੀ। ਉਸ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਇੱਕ ਅਟੈਕ ਪਹਿਲਾਂ ਕਸ਼ਮੀਰ ਦੇ ਵਿੱਚ ਫੌਜੀ ਕੈਂਪ ਤੇ ਹੋਇਆ ਸੀ, ਉਹ 'ਚ ਆਪਣੇ ਕਿੰਨੇ ਸੈਨਿਕ ਮਾਰੇ ਗਏ ਸੀ ਜੀ। 40 ਤੋਂ ਵੱਧ ਉਹਦੇ ਕਈ ਸੈਨਿਕ ਆਪਣੇ 40 ਤੋਂ ਵੱਧ ਮਾਰੇ ਗਏ ਸੀ ਜੀ। ਉਹਦਾ ਮੂੰਹ ਤੋੜ ਜਵਾਬ ਜਦੋਂ ਪਹਿਲੀ ਸਰਜੀਕਲ ਸਟ੍ਰਾਈਕ ਦਿੱਤੀ ਪਾਕਿਸਤਾਨ ਦੇ ਵਿੱਚ ਵੜ ਕੇ 16 ਕਿਲੋਮੀਟਰ ਅੰਦਰ ਜਾ ਕੇ ਕਿੰਨੇ ਕੈਂਪ ਤਬਾਹ, ਪ੍ਰਧਾਨ ਮੰਤਰੀ ਉਦੋਂ ਉਸ ਚੀਜ਼ ਦਾ ਬਦਲਾ ਲਿਆ। ਬਿਲਕੁਲ। ਸੈਕੰਡ ਉਰੀ ਦਾ ਅਟੈਕ ਹੋਇਆ ਜੀ, ਉਹਦੇ ਵਿੱਚ ਫਿਰ ਦੁਬਾਰਾ 에ਅਰ ਮਾਰਸ਼ਲਾਂ ਨੇ ਸਾਡੇ ਨੇ ਉੱਥੋਂ ਆਪਣੇ ਦੁਬਾਰਾ ਫਿਰ ਉਸ ਚੀਜ਼ ਦਾ ਬਦਲਾ ਲੈ ਗਿਆ। ਕਈ ਜਗ੍ਹਾ ਆਪ ਬੰਬਾਰੀ ਕਰਕੇ ਕਸ਼ਮੀਰ ਦੇ ਵਿੱਚ ਆਪਣੇ ਪਾਕਿਸਤਾਨ ਦੇ ਵਿੱਚ ਅਸੀਂ ਉਸ ਚੀਜ਼ ਦਾ ਹੀ ਬਦਲਾ ਲਿਆ। ਜੇ ਅੱਜ ਇਸ ਗੱਲ ਦੀ ਆਪਾਂ ਗੱਲ ਕਰੀਏ ਕਿ ਉੱਥੇ ਹੁਣ ਪੁਸ਼ਪਿੰਦਰ ਜੀ ਦਾ ਗੱਲ ਨਾਲ ਸਹਿਮਤ ਆ, ਹਥਿਆਰ ਸੀਗੇ, ਮਗਰ ਹਿੰਦੁਸਤਾਨ ਦੇ ਜੋ ਸਾਡਾ ਪਹਿਲਾਂ ਵੀ ਸਿਸਟਮ ਰਿਹਾ, ਅਸੀਂ ਪਹਿਲਾ ਅਟੈਕ ਕਿਸੇ ਤੇ ਨਹੀਂ ਕੀਤਾ। ਜੇ ਸਾਡੇ ਤੇ ਕੋਈ ਹਮਲਾ ਹੁੰਦਾ ਉਹਦਾ ਮੂੰਹ ਤੋੜ ਜਵਾਬ ਦੇਣ ਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ। ਜੇ ਅੱਜ ਸਾਡੇ ਸੈਨਿਕ ਸ਼ਹੀਦ ਹੋਏ ਨੇ, ਅਸੀਂ ਵੀ ਉਹਨਾਂ ਦੇ ਕਈ ਸੈਨਿਕ ਮਾਰੇ ਨੇ, ਜੇ ਜਿੱਤੇ ਗੱਲ ਹੋਊਗੀ ਇਹ ਦੁਬਾਰਾ ਇਹਨਾਂ ਦਾ ਜਵਾਬ ਦੇਣ ਲਈ ਸੈਨਾ ਪੂਰੀ ਤਰ੍ਹਾਂ ਤਿਆਰ ਹੈ। ਜੇ ਆਪਾਂ ਕਾਂਗਰਸ ਦੀ ਗੱਲ ਕਰੀਏ, ਰਾਹੁਲ ਗਾਂਧੀ ਜੀ ਦੀ ਗੱਲ ਕਰੀਏ, ਰਾਹੁਲ ਗਾਂਧੀ ਜੀ ਉਹ ਸਰਜੀਕਲ ਸਟ੍ਰਾਈਕ ਨੂੰ ਤਾਂ ਫੇਕ ਮੰਨਦੇ ਸੀ, ਇਹਨਾਂ ਨੇ ਤਾਂ ਫੌਜ ਤੇ ਵੀ ਸਵਾਲ ਚੁੱਕੇ ਸੀ, ਇਹ ਫੌਜ ਜਾ ਕੇ ਕੋਈ ਹਮਲਾ ਕਰ ਨਹੀਂ ਸਕਦੀ। ਇਸ ਕਰਕੇ ਮੈਂ ਇਹਨਾਂ ਦੇ ਕੋਈ ਬਿਆਨਾਂ ਨੂੰ ਕੋਈ ਮਹੱਤਵ ਨਹੀਂ ਦਿੰਦਾ, ਕਿਉਂਕਿ ਇਹਨਾਂ ਦਾ ਸ਼ੁਰੂ ਤੋਂ ਹੀ ਕੰਮ ਰਿਹਾ ਵੀ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਸੈਨਾ ਦੇ ਖਿਲਾਫ ਇਹਨਾਂ ਨੇ ਉਲਟ ਬਿਆਨ ਦੇਣੀ ਹੁੰਦੇ ਆ। ਚਲੋ ਮੈਂ ਇੱਧਰ ਹਰਜੀਤ ਜੀ ਨੂੰ ਇਨਵੋਲਵ ਕਰਨਾ ਪਹਿਲਾਂ, ਫਿਰ ਆਨਾ ਭਾਰਤੀ ਤੁਹਾਡੇ ਕੋਲ ਆਨਾ, ਤੁਸੀਂ ਦੇ ਦੇਣਾ ਜਵਾਬ ਬਾਅਦ ਚ। ਹਾਂਜੀ ਹਰਜੀਤ ਜੀ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਇਸ ਨਿਊਜ਼ ਦੇ ਚੈਨਲ ਤੇ ਸਾਰਾ ਦਾ ਮੁਬਾਰਕ ਦਿੰਦਾ। ਇੱਕ ਸਾਨੂੰ ਬੜੀ ਦੁਖਦਾਈ ਨਿਊਜ਼ ਇਹ ਆ ਵੀ ਸਾਡੇ ਗ੍ਰਾਂਟ ਘਾਟੀ ਦੇ ਵਿੱਚ 20 ਜਵਾਨ ਸ਼ਹੀਦ ਹੋ ਗਏ, ਲੇਕਿਨ ਅੱਜ ਤੱਕ ਸਾਡੇ ਦੇਸ਼ ਦੇ ਵਿੱਚ ਬੀਜੇਪੀ ਨੇ ਉਹਦੇ ਰਿਗਾਰਡਿੰਗ ਕੁਝ ਇਹ ਨਹੀਂ ਆਖਿਆ, ਸਿਰਫ ਉਹ ਰੈਲੀਆਂ ਕਰਨ ਲੱਗੇ ਨੇ ਆਦੇ ਸਰ ਪਾਰਟੀ ਨਾਲ ਬੁਲਾ ਕੇ। ਉਹਨਾਂ ਨੂੰ ਇਹ ਨਹੀਂ ਚਾਹਿਆ ਜਿਹੜੇ ਸ਼ਹੀਦਾਂ ਨੂੰ ਅਸੀਂ ਉਹਨੂੰ ਸਲਾਮ ਕਰਦੇ ਆ, ਵਿਚਾਰਿਆਂ ਨੂੰ ਪਤਾ ਕਿ ਜਿਹੜੇ ਆਪਣੀ ਜਾਨਾਂ ਕੁਰਬਾਨ ਕਰ ਗਏ ਨੇ। ਅੱਜ ਜਿਹੜਾ ਮੁੱਦਾ ਚੱਕਿਆ ਜਾ ਰਿਹਾ ਵਾ, ਇਟ ਮੀਨਸ ਜੇ ਰਾਹੁਲ ਗਾਂਧੀ ਨੇ ਇੱਕ ਕਮੈਂਟਸ ਕਰਤਾ, ਉਹਨੇ ਇਹ ਉਹਨਾਂ ਦੀ ਇੱਕ ਸਿੰਪਥੀ ਆ ਵੀ ਪਬਲਿਕ ਦੇ ਲਈ, ਉਹ ਸ਼ਹੀਦਾਂ ਦੇ ਲਈ। ਇਹ ਨਹੀਂ ਹੈ ਵੀ ਬੀਜੇਪੀ ਨੇ ਮੀਟਿੰਗ ਕਰਕੇ ਤੇ ਉਹ ਇੱਕ ਆਪਣੇ ਇਹ ਸਭ ਕਹਿਣਾ ਚਾਹੁੰਦੀ ਵੀ ਅਸੀਂ ਸਾਡੇ ਨੂੰ ਜਿਹੜੇ ਇਹ ਸ਼ਹੀਦਾਂ ਦੇ ਵੱਲ ਅਸੀਂ ਉਹਨਾਂ ਸਾਹਿਬ ਮੈਂ ਹਰਜੀਤ ਜੀ ਨੂੰ ਦੱਸਣਾ ਚਾਹੂੰਗਾ, ਫੌਜ ਦੇ ਉੱਤੇ ਸਵਾਲ ਤਾਂ ਤੁਹਾਡੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਜੀ ਨੇ ਚੁੱਕੇ ਸੀ। ਪਹਿਲਾਂ ਸਰਜੀਕਲ ਸਟ੍ਰਾਈਕ ਹੋਈ ਸੀ, ਉਦੋਂ ਵੀ 40 ਜਵਾਨ ਸ਼ਹੀਦ ਹੋ ਗਏ। ਸੁਣੋ ਮੈਂ ਸਵਾਲ ਚੁੱਕੇ ਸੀ ਪਹਿਲਾਂ, ਉਦੋਂ ਤੁਹਾਨੂੰ ਸਾਰੇ ਨਿਊਜ਼ ਚੈਨਲ ਨੇ ਪੂਰੇ ਸਬੂਤਾਂ ਨਾਲ ਦਿੱਤਾ ਸੀ। ਉਦੋਂ ਤੁਸੀਂ ਸਬੂਤਾਂ ਤੁਸੀਂ ਦਿੱਤੇ ਨਹੀਂ, ਅੱਜ ਤੱਕ ਕੋਈ ਸਬੂਤ ਆਇਆ ਸਰਜੀਕਲ ਸਟ੍ਰਾਈਕ ਦਾ ਸਬੂਤ ਆਇਆ। ਤੁਸੀਂ ਇਹਨਾਂ ਪਾਕਿਸਤਾਨ ਤੁਸੀਂ ਪ੍ਰਧਾਨ ਮੰਤਰੀ ਤੁਹਾਨੂੰ ਕਿਹਨੇ ਅਧਿਕਾਰ ਦਿੱਤੇ ਹੋਏ ਨੇ? ਤੁਸੀਂ ਫੌਜ ਦੇ ਉਂਗਲ ਚੱਕਦੇ ਹੋ ਵੀ ਕਿਹੜੀ ਸਰਕਾਰ ਹੋਈ ਸੀ? ਸਾਡੇ ਫੰਡਾਮੈਂਟਲ ਰਾਈਟ ਆ, ਸੀ ਕਿਉਂ ਨਹੀਂ ਤੁਹਾਨੂੰ ਨਾਲ ਸਬੂਤ ਮਿਲਦੇ ਰਹੇ, ਵੀਡੀਓ ਗ੍ਰਾਫੀ ਹੋਈ ਲੈ ਕੇ ਕਿਹਨੇ ਸਬੂਤ ਲੈ ਕੇ ਕਿਹੜੇ ਬੰਦੇ ਚਲੋ ਆਪਾਂ ਚਾਈਨਾ ਦੇ ਮੁੱਦੇ ਤੇ ਆਈਏ। ਜੋਰ ਆ ਤੁਸੀਂ ਨਿਊਜ਼ ਚੈਨਲਾਂ ਤੇ ਪਤਾ ਕਰ ਸਕਦੇ, ਮੇਰਾ ਜੀ ਵੱਡੇ ਪੱਤਰਕਾਰ ਬੈਠੇ, ਇਹਨਾਂ ਨੂੰ ਪਤਾ ਹੋਣਾ ਉਹਦੀ ਵੀਡੀਓਗ੍ਰਾਫਿੰਗ ਉਸ ਤੋਂ ਬਾਅਦ ਜਾਰੀ ਕੀਤੀ ਗਈ ਸੀ, ਕਿੱਦਾਂ ਉੱਥੇ ਅਟੈਕ ਹੋਇਆ ਸੀ ਜਾ ਕੇ।
ਚਲੋ ਸਵਾਲ ਬਹੁਤ ਹੋਦਾ, ਅੱਜ ਉਸੇ ਸਵਾਲਾਂ ਦੇ ਅਸੀਂ ਗੱਲ ਕਰਦੇ ਹਾਂ। ਹਾਂਜੀ ਅਜੀਤ ਜੀ ਕੀ ਕਹਿਣਾ ਚਾਹੋਗੇ? ਦੇਖੋ ਜੀ, ਪਤਾ ਕੀ ਹੈ, ਸੁਣ ਲਓ ਪਹਿਲਾਂ ਸਵਾਲ। ਹਾਂਜੀ ਜਵਾਬ ਸੁਣੋ। ਜਿਹੜੀ ਤੁਹਾਡੀ ਪਹਿਲੀ ਸਰਜੀਕਲ ਸਟ੍ਰਾਈਕ ਹੋਈ ਸੀ, ਤੁਸੀਂ ਇਹ ਆਖਿਆ ਸੀ 40 ਜਵਾਨ ਮਾਰਦੇ ਸੀ ਉਹਨਾਂ ਦੇ, ਲੇਕਿਨ ਅੱਜ ਤੱਕ ਪਾਕਿਸਤਾਨ ਨੇ ਇਹ ਨਹੀਂ ਅਨਾਉਂਸ ਕੀਤਾ ਵੀ ਸਾਡੇ ਜਵਾਨ ਗਏ ਤਾਂ ਗਏ ਕਿੱਥੇ ਨੇ। ਉਹਦਾ ਕਹਿੰਦਾ ਝੂਠ ਹੈ, ਨਿਊਜ਼ ਹੀ ਝੂਠ ਹੈ, ਉਹ ਮੰਨੇਗਾ ਉਹਦਾ ਕਹਿੰਦਾ ਨਿਊਜ਼ ਹੀ ਝੂਠ ਹੈ, ਕਿ ਸਾਡਾ ਕੋਈ ਬੰਦਾ ਹੀ ਨਹੀਂ ਮਰਿਆ। ਜਿਸ ਦੇ ਘਰ ਜਾ ਕੇ ਮਾਰੋਗੇ ਉਹ ਮੰਨੂਗਾ ਕਿ ਮੇਰੇ ਘਰੇ ਆ ਕੇ ਉਹ ਪਰ ਪੋਸੀਬਲ, ਮੈਂ ਉਹੀ ਤਾਂ ਪੁੱਛਦਾ, ਪਤਾ ਕੀ ਆ, ਜਦੋਂ ਉਹ ਕਹਿ ਰਿਹਾ ਤੁਸੀਂ ਪ੍ਰੂਫ ਦਿਓ ਨਾ ਵੀ ਉਹ ਸਰਜੀਕਲ ਸਟ੍ਰਾਈਕ ਕੀ ਰਹਿੰਦੇ। ਚਲੋ ਸਮ ਕੋਈ ਹਾਂਜੀ ਬੋਲੋ। ਸਾਡਾ ਫਰਜ਼ ਬਣਦਾ, ਪਤਾ ਕੀ ਆ, ਸਾਨੂੰ ਜ਼ਿਆਦਾ ਕਲੀਅਰ ਰਿਪੋਰਟ ਦਿਓ ਬਈ ਜਿਹੜੇ ਬੰਦੇ ਮਰੇ ਸੀ ਉਸ ਟਾਈਮ ਵੀ ਉਹ ਬੰਦੇ ਗਏ ਤਾਂ ਗਏ ਕਿੱਥੇ ਆ। ਨਾ ਤਾਂ ਉਹਨੇ ਡੈਡ ਬੋਡੀ ਉੱਥੇ ਮਿਲੀ ਆ, ਮੋਦੀ ਸਾਹਿਬ ਕਹਿੰਦੇ ਅਸੀਂ ਡੈਡ ਬੋਡੀ ਲੈ ਕੇ ਦੇ ਦਿੱਤੀ ਉਹਨਾਂ ਨੂੰ, ਨਾ ਸਾਨੂੰ ਤਬੂਕ ਮਿਲੇ ਨੇ। ਇੱਕ ਇਹ ਤੇ ਦੱਸਦਾ ਵੀ ਜਿਹੜੇ 40 ਬੰਦੇ ਉਸ ਟਾਈਮ ਮਰੇ ਸੀ, ਸਾਨੂੰ ਉਹਦਾ ਪ੍ਰੂਫ ਤਾਂ ਦਿਓ। ਅੱਜ ਤੱਕ ਦਿੱਤਾ, ਹੁਣ 20 ਬੰਦੇ ਹੁਣ ਮਰ ਗਏ ਨੇ, ਹੁਣ 20 ਹੁਣ ਮਗਰ ਆਏ ਨੇ ਕਿ ਫੰਡਾਮੈਂਟਲ ਰਾਈਟ ਬੰਦਾ ਨੇ ਪਤਾ ਕੀ ਆ। ਹੁਣ ਤੁਸੀਂ 20 ਬੰਦੇ ਮਰ ਗਏ, ਹੁਣ 20 ਜਿਹੜੇ ਬੰਦੇ ਮਰ ਗਏ ਤੇ ਇਹਦੇ ਦੱਸੋ ਵੀ ਇਹਦਾ ਕੌਣ ਜ਼ਿੰਮੇਵਾਰ ਆ? ਕੀ ਹੁਣ ਮੋਦੀ ਨੂੰ ਇਹ ਨਹੀਂ ਪਤਾ ਸੀ? ਤੁਸੀਂ ਆਰਮੀ ਤੇ ਸਵਾਲ ਚੱਕਦੇ ਹੋ। ਨਹੀਂ ਆਰਮੀ ਤੇ ਨਹੀਂ, ਅਸੀਂ ਪਤਾ ਕੀ ਤੁਹਾਡੀ ਬੀਜੇਪੀ ਦੇ ਜੋ ਸਾਡਾ ਪ੍ਰਧਾਨ ਪਤਾ ਕੀ ਉਹਦੇ ਪਰ ਮੁੱਦਾ ਚੱਕਦੇ, ਪਤਾ ਕੀ ਉਹ ਬੀਜੇਪੀ ਦੀਆਂ ਨੀਤੀਆਂ ਤੇ ਉਹਨਾਂ ਜਿਹੜੀਆਂ ਨੀਤੀਆਂ ਨੇ ਪਤਾ ਉਹ ਦੱਸੋ ਪਤਾ ਕੀ ਆ ਉਹ ਕਿਉਂ ਮਰੇ, ਕਿਸ ਬੇਸ ਤੇ ਮਰਿਆ? ਕੀ ਉਹ ਕਿਸੇ ਮਾਂ ਦੇ ਪੁੱਤ ਨਹੀਂ ਸੀਗੇ, ਕਿਸੇ ਬੱਚੇ ਦੇ ਬਾਪ ਨਹੀਂ ਸੀਗੇ? ਉਹਨਾਂ ਕੀ ਆ ਨਹੀਂ ਕੋਈ ਇੱਕ ਮਿੰਟ। ਹਾਂਜੀ ਹਾਂਜੀ ਭਾਰਤ ਸਾਹਿਬ ਕੀ ਕਹਿਣਾ ਚਾਹੁੰਦੇ? ਕੱਲਾ ਮੈਂ ਹੁਣੇ ਸਿੰਘਾ ਸਾਹਿਬ ਨੂੰ ਸੁਣ ਲਿਆ ਤੁਸੀਂ? ਬੀਜੇਪੀ ਦੇ ਆਗੂ ਦਾ ਮੈਂ ਵਿਚਾਰ ਸੁਣ ਰਿਹਾ ਸੀ ਜੀ। ਦੇਖੋ ਹਿੰਦੁਸਤਾਨ ਦਾ ਉਹ ਆਪੋਜੀਸ਼ਨ ਪਾਰਟੀ ਦੇ ਮੁਖੀ ਹੈ, ਉਹਨਾਂ ਨੇ ਉਹ ਸਵਾਲ ਕੀਤਾ ਜਿਹੜਾ ਹਰ ਹਿੰਦੁਸਤਾਨੀ ਜਾਣਨਾ ਚਾਹੁੰਦਾ ਹੈ। ਬਿਲਕੁਲ ਜੀ। ਮੈਂ ਅੱਜ ਹੀ ਲੈਫਟੀਨੈਂਟ ਜਨਰਲ ਰਿਟਾਇਰਡ ਰਮੇਸ਼ਵਰ ਦਾਸ ਜੀ ਦਾ ਇੰਟਰਵਿਊ ਸੁਣ ਰਿਹਾ ਸੀ। ਉਹ ਕਹਿੰਦੇ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਡਾ ਉਹਨਾਂ ਨਾਲ ਸਮਝੌਤਾ ਹੋਇਆ ਕਿ ਦੋਹਾਂ ਧਿਰਾਂ ਨੇ ਕਿਤੇ ਵੀ ਹਥਿਆਰ ਨਹੀਂ ਚਲਾਉਣਾ, ਗੋਲੀ ਨਹੀਂ ਚਲਾਣੀ। ਜੇਕਰ ਕੋਈ ਆਪਸੀ ਗੱਲਬਾਤ ਹੁੰਦੀ ਹੈ ਉਹਨੂੰ ਗੱਲਬਾਤ ਰਾਹੀਂ ਦੂਰ ਕਰਨਾ ਹੈ, ਹੱਲ ਕਰਨਾ, ਔਰ ਜੇਕਰ ਕੋਈ ਪ੍ਰੋਬਲਮ ਆਉਂਦੀ ਹੈ ਉਹਨੂੰ ਦੂਰ ਕਰਨਾ ਹੈ ਔਰ ਬੈਠ ਕੇ ਉਹਦਾ ਹੱਲ ਲੱਭਣਾ ਜੀ। ਲੇਕਿਨ ਕੀ ਦੇਖਣ ਵਾਲੀ ਗੱਲ ਹੈ ਕਿ ਚਾਈਨਾ ਉਸ ਗੱਲ ਦਾ ਪਾਬੰਦ ਰਿਹਾ? ਬਿਲਕੁਲ ਨਹੀਂ ਰਿਹਾ। ਕੋਈ ਉਹ ਕਹਿੰਦੇ ਕਹਿ ਸਕਦੇ ਆਪਾਂ ਇਹ ਗੱਲ, ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਮੈਂ ਉਹ ਗੱਲ ਕਹਿ ਰਿਹਾ ਜਿਹੜੀ ਲੈਫਟੀਨੈਂਟ ਜਨਰਲ ਰਿਟਾਇਰਡ ਨੇ ਉੱਥੇ ਇਹ ਕਹੀ ਆਪਣੀ ਇੰਟਰਵਿਊ 'ਚ। ਉਹ ਕਹਿੰਦਾ ਵੀ ਉਹ ਲੋਕ ਆਪਣੀਆਂ ਡਾਂਗਾਂ 'ਚ ਮੇਖਾਂ ਲਾ ਕੇ ਲੈ ਕੇ ਆਏ ਹੋਏ ਸੀ, ਉਹਨਾਂ ਦੀ ਇੰਟੈਂਸ਼ਨ ਮੈਲਾਫਾਈਡ ਸੀ। ਅੱਜ ਇਹ ਕਹਿੰਦੇ ਆ ਨਾ ਵੀ ਰਾਹੁਲ ਗਾਂਧੀ ਜੀ ਨੂੰ ਸਵਾਲ ਪੁੱਛਣ ਦਾ ਕੋਈ ਰਾਈਟ ਨਹੀਂ। ਮੈਂ ਉਹਨਾਂ ਨੂੰ ਹੀ ਕਹਿਣਾ ਚਾਹਨਾ ਕਿ ਇਹ ਸ਼ਬਦ ਜਿਹੜੇ ਹੈ ਇਹ ਲੈਫਟੀਨੈਂਟ ਜਨਰਲ ਰਿਟਾਇਰਡ ਜਿਹੜਾ ਰਮੇਸ਼ਵਰ ਦਾਸ, ਮੈਂ ਉਹਨਾਂ ਦੇ ਹੀ ਲਫ਼ਜ਼ ਦੁਹਰਾ ਰਿਹਾ, ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਿਹਾ। ਉਹਨਾਂ ਨੇ ਕਿਹਾ ਵੀ ਜਦੋਂ ਉਹ ਮੇਖਾਂ ਲਾ ਕੇ ਆਏ ਡਾਂਗਾਂ 'ਚ, ਉਹਨਾਂ ਨੇ ਆਂਦਿਆਂ ਸਾਰ ਉੱਥੇ ਫੈਸਲਾ ਹੋਇਆ ਵੀ ਆਪਾਂ ਪਿੱਛੇ ਹਟਣਾ ਸ਼ੁਰੂ ਕਰੋ। ਲੇਕਿਨ ਉਹਨਾਂ ਦੀ ਮੈਲਾਫਾਈਡ ਇੰਟੈਂਸ਼ਨ ਹੋਣ ਦੇ ਨਾਤੇ ਉਹਨਾਂ ਨੇ ਉਹ ਡਾਂਗਾਂ ਮੇਖਾਂ ਵਾਲੀਆਂ ਚਲਾਣੀਆਂ ਸ਼ੁਰੂ ਕਰਤੀਆਂ। ਉਹ ਬੜੇ ਹੁਸ਼ਿਆਰ ਨਿਕਲੇ ਔਰ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੇ ਗੋਲੀ ਨਹੀਂ ਚਲਾਣੀ। ਉਹਨਾਂ ਦੀ ਮੇਖਾਂ ਚਲਾਉਣ ਤੋਂ, ਜਿਹੜੀ ਮੇਖਾਂ ਵਾਲੀਆਂ ਡਾਂਗਾਂ ਸੀ ਜਾਂ ਹੋਰ ਕੁਝ ਉਹਨਾਂ ਦੇ ਕੋਲ ਹਥਿਆਰ ਸੀਗੇ ਖਤਰਨਾਕ, ਉਹ ਉਹਨਾਂ ਨੇ ਚਲਾਏ ਉੱਥੇ ਔਰ ਉਹਦੇ ਨਾਲ ਸਾਡੇ 20 ਬੰਦੇ ਨਾਲ ਲੱਗਦੇ ਇੱਕ ਨਾਲੇ 'ਚ ਜਾ ਗਿਰੇ ਜਿੱਥੇ 0 ਟੈਂਪਰੇਚਰ ਸੀ, ਜਿਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ। ਉਹ ਕਹਿੰਦੇ ਵੀ ਜੇ ਮੈਂ ਉੱਥੇ ਜਨਰਲ ਹੁੰਦਾ, ਲੈਫਟੀਨੈਂਟ ਜਨਰਲ ਹੁੰਦਾ ਜਾਂ ਕਮਾਂਡਰ ਹੁੰਦਾ ਤਾਂ ਮੈਂ ਲਾਜ਼ਮੀ ਤੌਰ ਤੇ ਆਪਣੇ 20 ਬੰਦਿਆਂ ਦਾ ਜਿਹੜਾ ਕੈਜੂਅਲਟੀਜ਼ ਹੋਈਆਂ ਨੇ, ਮੈਂ ਉਹਨਾਂ ਦਾ ਬਦਲਾ ਲੈਣ ਲਈ ਮੈਂ ਚਾਹੇ ਜੋ ਮਰਜ਼ੀ ਹੋ ਜਾਂਦਾ, ਮੈਂ ਗੋਲੀ ਦਾ ਆਰਡਰ ਕਰਦਾ ਉਸੇ ਟਾਈਮ, ਤਾਂ ਕਿ ਉਹਨਾਂ ਚਾਈਨੀਜ਼ ਨੂੰ ਸਬਕ ਸਿਖਾਇਆ ਜਾਂਦਾ ਕਿ ਤੁਸੀਂ ਸਾਡੇ ਨਾਲ ਧੋਖਾ ਕੀਤਾ। ਇਸ ਧੋਖੇ ਦਾ ਮੁੱਲ ਇਹ ਹੈ। ਇਹ ਕਮੀ ਰਹਿ ਗਈ, ਮਤਲਬ ਤੁਹਾਡੇ ਕਹਿਣ ਦਾ ਮਤਲਬ ਮੈਂ ਬਿਲਕੁਲ ਇਹ ਕਮੀ ਰਹੀ। ਮੈਂ ਇਹ ਗੱਲ ਇਸੇ ਕਰਕੇ ਰਾਹੁਲ ਗਾਂਧੀ ਜੀ ਸਰਕਾਰ ਤੋਂ ਇਹ ਸਵਾਲ ਪੁੱਛ ਰਹੇ ਆ ਵੀ ਇਹਦਾ ਜ਼ਿੰਮੇਵਾਰ ਕੌਣ ਹੈ। ਜੇ ਮੁਆਹਦੇ ਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਤਾਂ ਮੁਆਹਦੇ ਦੇ ਪਾਬੰਦ ਰਹੀਏ, ਦੂਜੀ ਪਾਰਟੀ ਲਈ ਕੋਈ ਪਾਬੰਦੀ ਨਹੀਂ, ਚਾਈਨਾ ਲਈ ਕੋਈ ਪਾਬੰਦੀ ਨਹੀਂ। ਚਾਈਨਾ ਇੱਕ ਐਸਾ ਦੇਸ਼ ਹੈ ਜਿਹਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬੇਈਮਾਨੀ ਕੀਤੀ ਹੈ, ਗੱਦਾਰੀ ਕੀਤੀ ਹੈ। 1960 ਵਿੱਚ ਚੌਵਨ ਲਾਈ, ਹਿੰਦੁਸਤਾਨ ਆਇਆ, ਉਹਨੇ ਇੱਥੇ ਆ ਕੇ ਜਵਾਹਰ ਲਾਲ ਨਹਿਰੂ ਜੀ ਦੇ ਨਾਲ ਬੜੀਆਂ ਜੱਫੀਆਂ ਪਾਈਆਂ
और हिंदी चीनी भाई भाई, हिंदी चीनी भाई भाई दे नारे लांदा होया चला गया। और उन्होंने ये कह के गया, विश्वास दवा के गया कि तुसी बिल्कुल घबराना नहीं है, सिक्योरिटी वालों चाइना वालों फ्री हो जाओ, तुसी अपने देश की तरक्की करो, डेवलपमेंट करो, कारखाने लाओ, डिफेंस वाल कोई तुहानू जरूरत नहीं है। और उन्होंने 62 विच जंग किया, साडी 42,000 किलोमीटर जगह उन्होंने रोक ली। 42,000 किलोमीटर जगह जिहड़ी है थोड़ी नहीं हुंदी, ਉਹਦੇ ਵਿੱਚ 28 ਦਿੱਲੀਆਂ ਵਸ ਸਕਦੀਆਂ। 28 ਦਿੱਲੀਆਂ ਵਸ ਸਕਦੀਆਂ, ਐਡਾ ਬੇਈਮਾਨ ਦੇਸ਼ ਹੈ ਉਹ ਤਾਂ ਵਿਸ਼ਵਾਸ ਦੇ ਕਾਬਲ ਹੀ ਨਹੀਂ। ਔਰ ਇੱਕ ਮਿੰਟ ਮੈਂ ਹੋਰ ਚਾਹੂੰਗਾ, ਪੁਰਾਣੀ ਹਿਸਟਰੀ ਤੋਂ ਸਾਡੀ ਮੌਜੂਦਾ ਸਰਕਾਰ ਨੇ ਸਬਕ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ। जवाहर लाल नेहरू 17 साल देश के प्रधानमंत्री गए, रहे सिर्फ 2 बार चाइना गए। 17 साल प्रधानमंत्री इंदिरा गांधी रही, सिर्फ 2 बार गई। राजीव गांधी जी 1 बार गए, पीवी नरसिम्हा राव 2 बार गए, और डॉक्टर मनमोहन सिंह 1 बार ही गए। और साडे प्रधानमंत्री मोदी साहब 9 बारी जफियां पाण गए उन्होंने, और इत्थे लिया के उन्होंने झूठे दवाए ला के, और उन्हें कदर की कीती। ये गल समझे ही नहीं साडे प्रधानमंत्री जी, ओहदा खमियाजा अज सानू ये भुगतना पै रहा। ਚਲੋ ਢਿੱਲੋਂ ਸਾਹਿਬ ਜਿਹੜਾ ਮੀਟਿੰਗ ਦੀ ਗੱਲ ਕੀਤੀ ਵੀ ਗਏ 23 ਜੂਨ ਨੂੰ ਹੁਣ ਮੀਟਿੰਗ ਹੋਣੀ ਹੈ ਉੱਥੇ ਚਾਈਨਾ ਦੀ, ਰਸ਼ੀਆ ਦੀ ਤੇ ਇੰਡੀਆ ਦੀ। ਕੀ ਜਾਣਾ ਚਾਹੀਦਾ ਇੰਡੀਆ ਨੂੰ ਉੱਥੇ? ਦੇਖੋ ਇਸ ਲੈਵਲ ਦੇ ਪ੍ਰਧਾਨ ਮੰਤਰੀ ਲੈਵਲ ਦੇ ਫੈਸਲੇ ਨੇ, ਇਹਦੇ ਵਿੱਚ ਅਸੀਂ ਤਾਂ ਕੁਝ ਕਹਿ ਨਹੀਂ ਸਕਦੇ। ਵੱਡੀ ਅਵਸਥਾ ਤਾਂ ਅਸੀਂ ਤਾਂ ਇਹੀ ਕਵਾਂਗੇ ਵੀ ਜੋ ਦੇਸ਼ ਦਾ ਨੁਕਸਾਨ ਉਹਨਾਂ ਨੇ ਕੀਤਾ ਹੈਗਾ, ਅਸੀਂ ਤਾਂ ਚਾਹੁੰਦੇ ਵੀ ਇਹਨਾਂ ਚਾਈਨਾ ਦਾ ਪੂਰੀ ਤਰ੍ਹਾਂ ਬਾਈਕਾਟ ਕਰਨਾ ਚਾਹੀਦਾ। ਜੇ ਬਾਈਕਾਟ ਦੀ ਗੱਲ ਚੱਲ ਰਹੀ ਹੈ, ਮੈਂ ਬਾਈਕਾਟ ਤੇ ਹੀ ਆ ਰਿਹਾ ਵੀ ਜਿਹੜਾ ਇਸ ਵੇਲੇ ਚਾਈਨਾ ਦਾ ਸਾਡੇ ਇੰਡੀਆ ਅੰਦਰ ਨਿਵੇਸ਼ ਹੋਇਆ ਸਾਰੀਆਂ ਕੰਪਨੀਆਂ ਸਾਡੇ ਤਾਂ ਮੈਂ ਦੱਸ ਹੀ ਚੁੱਕਾ, ਉਹ ਇਸ ਵੇਲੇ ਜਿਹੜਾ ਉਹਨਾਂ ਨੇ ਪੈਰ ਫੈਲਾਏ ਹੋਏ ਆ, ਉਹ ਸਾਰਾ ਜਿਹੜਾ ਫਾਇਦਾ ਉਹ ਚਾਈਨਾ ਚੱਕ ਰਿਹਾ, ਕਿਉਂਕਿ ਜਿੰਨਾ ਰॉ ਮਟੀਰੀਅਲ ਹੈ ਉੱਥੋਂ ਆਂਦਾ, ਉਸ ਤੋਂ ਬਾਅਦ ਅਸੀਂ ਬਣਾਉਂਦੇ ਆ। ਈਵਨ ਲੋਹਾ ਤੱਕ ਵੀ ਜਿਹੜਾ ਅਸੀਂ ਇੱਥੋਂ ਭੇਜਦੇ ਆ, ਤੇ ਉਹ ਜਦੋਂ ਸਾਨੂੰ ਵਾਪਸ ਫਿਨਿਸ਼ ਕਰਕੇ ਭੇਜਦਾ ਤਾਂ ਉਹ ਸਮਝੋ ਅਸੀਂ ਡਬਲ ਰੇਟਾਂ 'ਚ ਲੈਂਦੇ ਆ, ਫਾਇਦਾ ਤਾਂ ਉਹ ਲੈ ਰਿਹਾ। ਹੁਣ ਅੱਜ ਮੁਹਿੰਮ ਚੱਲ ਗਈ ਪੂਰੇ ਦੇਸ਼ ਦੇ ਅੰਦਰ, ਤੁਸੀਂ ਕੀ ਸਮਝਦੇ ਹੋ? ਟੋਟਲ ਬਾਈਕਾਟ ਹਰ ਚੀਜ਼ 'ਚ ਹੋਣਾ ਚਾਹੀਦਾ। ਅਸੀਂ ਤਾਂ ਪਿਛਲੇ 7 ਸਾਲ ਤੋਂ ਕਹਿ ਰਹੇ, ਜਦ ਸਾਡੀ ਆਮਦਨੀ ਪੜਦੀ ਸਰਕਾਰ ਨੂੰ ਦਿੱਲੀ 'ਚ ਵੀ ਅਸੀਂ ਟੋਟਲੀ ਇਹਦਾ ਵਿਸ਼ਕਾਰ ਕਰਨਾ ਚਾਹੁੰਦੇ ਵੀ ਚਾਈਨਾ ਦਾ ਇੱਕ ਵੀ ਕੁਝ ਵੀ ਇੱਥੇ ਨਹੀਂ ਆਉਣਾ ਚਾਹੀਦਾ, ਕਿਉਂਕਿ ਚਾਈਨਾ ਨੇ ਜਿੰਨਾ ਸਾਨੂੰ ਇੰਪੋਰਟ ਕੀਤਾ ਜਾਂ ਐਕਸਪੋਰਟ ਕੀਤਾ ਆ, ਇਹਦੇ ਵਿੱਚ ਪਤਾ ਕੀ ਆ, ਸਾਡਾ ਹਿੰਦੁਸਤਾਨ ਦਾ ਸਾਰਾ ਪੈਸਾ ਚਾਈਨਾ ਜਾ ਰਿਹਾ। ਜਿੰਨੇ ਸਾਡੀ ਪਤਾ ਕੀ ਆ ਇਕਨੋਮੀ ਜਿਹੜੀ ਆ ਉਹ ਮਜਬੂਰ ਹੋ ਰਹੀ ਆ, ਸਾਡੀ ਇਕਨੋਮੀ ਪਤਾ ਕੀ ਆ ਡਿਗਰੇਡ ਹੋ ਰਹੀ ਆ। ਅਸੀਂ ਤਾਂ ਅੱਜ ਵੀ ਇਹ ਕਹਿੰਦੇ ਆ ਵੀ ਚਾਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਵੀ ਉਹਨਾਂ ਦਾ ਬਾਈਕਾਟ ਕੀਤਾ ਜਾਵੇ, ਜਿਹੜਾ ਹੁਣ ਵੀ ਇਹਨਾਂ ਨੇ ਸੰਮੇਲਨ ਹੋ ਰਿਹਾ ਵੀ ਉੱਥੇ ਜਾਣਾ ਸਾਨੂੰ ਨਹੀਂ ਚਾਹੀਦਾ, ਤਾਂ ਕਿ ਪਤਾ ਕੀ ਆ ਸਾਨੂੰ ਇਹ ਪਤਾ ਲੱਗ ਸਕੇ ਸਾਡਾ ਸਟੇਟਸ ਕੀ ਰਹਿ ਗਿਆ ਕੀ ਨਹੀਂ ਰਹਿ ਗਿਆ ਕਿਤੋਂ। ਹਾਂਜੀ ਕੀ ਕਹਿਣਾ ਚਾਹੋਗੇ? देखो जिस वक्त WTO ਦੇ ਸਮਝੌਤੇ ਹੋਏ ਹੈ, ਉਹ WTO ਦੇ ਸਮਝੌਤੇ ਦੀਆਂ ਕੁਝ ਸ਼ਰਤਾਂ ਨੂੰ ਪੂਰਾ ਕਰਨ ਲਈ ਸਾਨੂੰ ਉਹਨਾਂ ਨਾਲ ਵਪਾਰ ਚਾਈਨਾ ਨਾਲ ਕਰਨਾ ਪਿਆ। 2007-8 ਤੱਕ 36 ਅਰਬ ਡਾਲਰ ਦਾ ਵਪਾਰ ਹੁੰਦਾ ਸੀ ਚਾਈਨਾ ਨਾਲ। ਬਿਲਕੁਲ। ਔਰ ਅੱਜ ਜਿਹੜਾ 18-19 ਚ ਇੰਨੀ ਇਹਨਾਂ ਨੇ ਲਿਬਰਲ ਕਰਤਾ ਚਾਈਨਾ ਨੂੰ ਕਿ ਅੱਜ ਉਹ ਵਪਾਰ 95 ਅਰਬ ਡਾਲਰ ਤੇ ਪਹੁੰਚ ਗਿਆ। ਉਹ 95 ਅਰਬ ਡਾਲਰ ਵਿੱਚੋਂ ਜੋ ਇਕਨੋਮਿਸਟ ਕਹਿੰਦੇ ਆ ਵੀ 54 ਅਰਬ ਡਾਲਰ ਤਾਂ ਉਹਦੀ ਪ੍ਰਾਪਰਟੀ ਹੈ, ਉਹਦਾ ਉਹ ਪ੍ਰਾਫਿਟ ਸਾਡੇ ਖਿਲਾਫ ਯੂਜ਼ ਹੋਇਆ। ਔਰ ਇਸ ਕਰਕੇ ਚਾਈਨਾ ਨੂੰ ਕਿਤੇ ਵੀ ਡਿਸਹਾਰਟਡ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਚਾਈਨਾ ਦੇ ਉੱਪਰ ਇਹ ਪ੍ਰਭਾਵ ਛੱਡਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਜੇ ਸਾਡੇ ਨਾਲ ਤੂੰ ਕੋਈ ਵੀ ਬੇਹੁਰਮਤੀ ਕਰੇਗਾ, ਕਾਨੂੰਨ ਤੋਂ ਬਾਹਰ ਜਾਏਗਾ, ਤਾਂ ਅਸੀਂ ਤੇਰੇ ਖਿਲਾਫ ਆਹ ਕਦਮ ਉਠਾ ਸਕਦੇ ਹਾਂ। ਇਹ ਕਦੀ ਵੀ ਉਹਨੂੰ ਅਹਿਸਾਸ ਦਿਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਜੇ ਕੋਸ਼ਿਸ਼ ਕੀਤੀ ਜਾਂਦੀ, ਇੱਕ ਅੱਜ ਤੁਸੀਂ ਇਹ ਦੇਖੋ ਵੀ ਜਿਹੜੀ ਕਰੋਨਾ ਦੀ ਬਿਮਾਰੀ ਹੈ, ਇਹ ਕਰੋਨਾ ਕੋਈ ਨੇਚਰ ਦੀ ਬਿਮਾਰੀ ਨਹੀਂ ਹੈ, ਕੋਈ ਨਮੂਨੀਆ ਬੁਖਾਰ ਜਾਂ ਟਾਈਫਾਇਡ ਨਹੀਂ ਹੈਗਾ। ਇਹ ਉਹਦੀ ਮੈਨ ਮੇਡ ਬਿਮਾਰੀ ਹੈ ਜਿਹੜੀ ਉਹਨੇ ਤਿਆਰ ਕਰਕੇ ਸਾਰੇ ਵਰਲਡ ਵਿੱਚ ਕਰਾਰ ਦਿੱਤੀ, ਤਾਂ ਕਿ ਸਿਰਫ ਉਹ ਆਪਣੀ ਪ੍ਰਸਾਰਵਾਦੀ ਨੀਤੀ ਨੂੰ ਕਾਮਯਾਬ ਕਰਨ ਲਈ ਮੈਂ ਕਦੀ ਹਿੰਦੁਸਤਾਨ ਦੀ ਜ਼ਮੀਨ ਤੇ ਕਬਜ਼ਾ ਕਰ ਲਵਾਂ, ਕਦੀ ਵੀਅਤਨਾਮ ਤੇ ਕਬਜ਼ਾ ਕਰ ਲਵਾਂ, ਕਦੀ ਮੈਂ ਜਾਪਾਨ ਤੇ ਕਬਜ਼ਾ ਕਰ ਲਵਾਂ, ਕਦੀ ਮੈਂ ਕਿਸੇ ਹੋਰ ਕੰਟਰੀ ਤੇ ਕਬਜ਼ਾ ਕਰ ਲਵਾਂ। ਉਹਦੀ ਇਹ ਜਿਹੜੀ ਪ੍ਰਸਾਰਵਾਦੀ ਨੀਤੀ ਹੈ, ਇਹ ਕਰੋਨਾ ਫੈਲਾਉਣ 'ਚ ਵੀ ਉਹਦੀ ਇਹ ਭੁੱਖ ਨਜ਼ਰ ਆਉਂਦੀ ਹੈ। ਅੱਜ 199 ਕੰਟਰੀਆਂ ਚੋਂ 184 ਕੰਟਰੀ ਉਹਦੇ ਖਿਲਾਫ ਹੋ ਗਏ।
ਪਰ ਫਿਰ ਵੀ ਸਾਡੀ 20 ਬੰਦੇ ਮਰਨ ਤੋਂ ਬਾਅਦ ਵੀ ਅਸੀਂ ਬਾਰ-ਬਾਰ ਇਹ ਕਲੇਮ ਕਰਦੇ ਹਾਂ ਕਿ ਸਾਡੀ ਗੱਲ ਚੱਲ ਰਹੀ ਹੈ, ਸਾਡੀ ਗੱਲ ਚੱਲ ਰਹੀ ਹੈ। ਮੇਰੀ ਇਹੀ ਗੱਲ ਸਾਰੇ ਜਿੰਨੇ ਰਿਟਾਇਰਡ ਮਿਲਟਰੀ ਜਨਰਲ ਹੈ ਉੱਥੇ ਹਰ ਇੰਟਰਵਿਊ 'ਚ ਇਹ ਗੱਲ ਕਹਿੰਦੇ ਆ ਵੀ ਸਾਡੀ ਸਮਝ ਤੋਂ ਬਾਹਰ ਹੈ। ਆਪਣੇ 20 ਬੰਦੇ ਮਰਵਾਉਣ ਤੋਂ ਬਾਅਦ ਵੀ ਆਪਾਂ ਇਹ ਕਹੀ ਜਾਂਦੇ ਆ ਕਿ ਸਾਡੀ ਗੱਲ ਚੱਲ ਰਹੀ ਹੈ। ਉਹ ਜਿਹੜੇ ਬੱਚੇ ਸਾਡੇ ਸ਼ਹੀਦ ਹੋਏ ਜਿਨ੍ਹਾਂ ਦੀ ਉਮਰ 20 ਔਰ 30 ਦੇ ਦਰਮਿਆਨ ਸੀਗੀ, ਉਹ ਉਹਨਾਂ ਦੀ ਸ਼ਹਾਦਤ ਦਾ ਮੁੱਲ ਜਿਹੜਾ ਉਹ ਅਸੀਂ ਮੇਰਾ ਖਿਆਲ ਹੈ ਕਦੀ ਪੂਰਾ ਨਹੀਂ ਕਰ ਪਾਵਾਂਗੇ। ਐਡੀ ਵੱਡੀ ਸ਼ਹਾਦਤ ਔਰ ਐਡਾ ਵੱਡਾ ਦੇਸ਼ ਦਾ ਨੁਕਸਾਨ ਹੋਇਆ ਔਰ ਇਹ ਅੱਜ ਚਾਈਨਾ ਨੂੰ ਸਬਕ ਸਿਖਾਉਣ ਦਾ ਟਾਈਮ ਹੈ ਔਰ ਕਿਸੇ ਤਰ੍ਹਾਂ ਵੀ ਸਰਕਾਰ ਨੂੰ ਠੋਸ ਕਦਮ ਉਠਾਉਂਦੇ ਹੋਏ ਚਾਈਨਾ ਨੂੰ ਸਬਕ ਸਿਖਾਉਣਾ ਚਾਹੀਦਾ। ਢਿੱਲੋਂ ਜੀ, ਜਿਹੜੀ ਗੱਲ ਚੱਲ ਰਹੀ ਸੀਗੀ ਵੀ ਰਾਹੁਲ ਗਾਂਧੀ ਦੀ ਹਥਿਆਰਾਂ ਦੀ ਗੱਲ ਚੱਲ ਰਹੀ ਸੀ ਵੀ ਉਹਨਾਂ ਨੇ ਕਿਹਾ ਵਿਦੇਸ਼ ਮੰਤਰਾਲੇ ਨੇ ਹਥਿਆਰ ਸੀਗੇ ਪਰ ਉਹਨਾਂ ਨੂੰ ਅਲਾਉਡ ਨਹੀਂ ਸੀ। ਇੱਕ ਐਸੇ ਤਰੀਕੇ ਨਾਲ ਸਾਡੇ ਜਿਹੜੇ ਰਿਟਾਇਰਡ ਕਰਨਲ ਸੀਗੇ ਉਹਨਾਂ ਨਾਲ ਮੇਰੀ ਗੱਲ ਹੋਈ ਹੈ, ਉਹਨਾਂ ਨੇ ਟੀਵੀ ਤੇ ਵੀ ਚੈਨਲਾਂ ਤੇ ਵੀ ਬਹੁਤ ਸਾਰਾ ਕਿਹਾ। ਉਹ ਕਹਿੰਦੇ ਅਗਰ ਸਾਡੇ ਫੌਜਾਂ ਕੋਲ ਹਥਿਆਰ ਹੁੰਦੇ, ਜਿਹੜੇ ਲੋਕ ਜਿਹੜੇ ਜਵਾਨ ਸਾਡੇ ਨੀਚੇ ਗਿਰ ਗਏ ਸੀ ਨਦੀ ਦੇ ਵਿੱਚ ਜਾਂ ਜਿਹੜੇ ਘਾਟੀਆਂ 'ਚ ਗਿਰ ਗਏ ਸੀ ਉੱਥੇ ਉਹਨਾਂ ਦੀ ਮੌਤ ਹੋ ਗਈ, ਤਾਂ ਕੋਈ ਨਾ ਕੋਈ ਕਿੰਨੇ ਵੀ ਹਥਿਆਰ ਜਿਹੜੇ ਸੀ ਉਹ ਗੁੰਮ ਹੋ ਸਕਦੇ ਸੀ। ਔਰ ਜਿਹੜੇ ਉਹਨਾਂ ਨੇ ਪਹਿਲਾਂ ਇਹ ਵੀ ਖਬਰ ਆਈ ਸੀ ਵੀ 10 ਬੰਦੇ ਸਾਡੇ ਬੰਦੀ ਕਰ ਦਿੱਤੇ ਸੀ, ਬਾਅਦ 'ਚ ਵਿਦੇਸ਼ ਮੰਤਰਾਲੇ ਨੇ ਕਿਹਾ ਵੀ ਕੋਈ ਬੰਦੀ ਨਹੀਂ ਕੀਤਾ, ਅੱਜ ਤੱਕ ਸਾਡੇ ਸਾਰੇ ਜਵਾਨ ਜਿਹੜੇ ਹੈ ਸਹੀ ਸਲਾਮਤ ਹੈ। ਜੋ ਖਬਰ ਪਹਿਲਾਂ ਸੀ 20 ਦੇ 20 ਉਹੀ ਨੇ। ਹੁਣ ਇਹ ਸਵਾਲ ਇਹ ਉੱਠਦਾ ਵੀ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਸਾਡੇ ਹਥਿਆਰ ਸੀਗੇ, ਦੂਜੇ ਪਾਸੇ ਕਹਿ ਰਹੇ ਹੋ ਅਗਰ ਹਥਿਆਰ ਨਹੀਂ ਹੈ ਤਾਂ ਜੇ ਹਥਿਆਰ ਸੀਗੇ ਤਾਂ ਵੀ ਹਥਿਆਰ ਗੁੰਮ ਕਿਉਂ ਨਹੀਂ ਹੋਏ? ਉਹਨਾਂ ਦੀ ਡੈਥ ਹੋਈ ਤਾਂ ਉਹਨਾਂ ਕੋਲ ਕਿਸੇ ਕੋਲ ਹਥਿਆਰ ਮਿਲਿਆ ਨਹੀਂ। ਜਿੱਦਾਂ ਭਾਰਤ ਜੀ ਨੇ ਕਿਹਾ ਅਗਰ ਹਥਿਆਰ ਹੁੰਦੇ ਤਾਂ ਜੇ ਇੰਨੀ ਨੌਬਤ ਆ ਜਾਂਦੀ ਡੈਥ ਦੀ ਉਹ ਚਲਾ ਵੀ ਸਕਦੇ ਸੀ। ਮੇਰਾ ਸਾਹਿਬ ਭਾਰਤੀ ਜੀ ਪਹਿਲੇ ਗੱਲ ਕਰ ਗਏ ਆ ਵੀ ਜਦੋਂ 60-62 ਦੇ ਵਿੱਚ ਲੜਾਈਆਂ ਹੋਈਆਂ ਉਹਦੇ ਵਿੱਚ ਚਾਈਨਾ ਦੇ ਪ੍ਰਧਾਨ ਮੰਤਰੀ ਆਏ, ਉਦੋਂ ਨਹਿਰੂ ਜੀ ਉਹਨਾਂ ਨਾਲ ਹੀ ਸਮਝੌਤੇ ਹੋਏ ਹਿੰਦੂ ਚੀਨੀ ਬਾਈ ਦੇ। ਨਹੀਂ, ਇਹ 1996 ਚ ਹੋਇਆ। ਇਹ ਉਦੋਂ ਨਹੀਂ ਹੋਇਆ। ਤੁਹਾਡੀਆਂ ਸਰਕਾਰਾਂ ਜੀ ਹੋਏ ਨਾ, ਪੰਡਿਤ ਜਵਾਹਰ ਲਾਲ ਨਹਿਰੂ। ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ, ਤੁਹਾਡੀਆਂ ਸਰਕਾਰਾਂ ਜੀ ਹਿੰਦੂ ਚੀਨੀ ਦੇ ਬਾਈ। ਹੁਣ ਜਦੋਂ ਇੱਕ ਬੰਦਾ ਮੋਹਰੇ ਵਾਲਾ ਆਪਾਂ ਸਰਕਾਰ ਨਹੀਂ, ਇੱਥੇ ਆਪਾਂ ਸਾਡੀ ਤੁਹਾਡੀ ਵਾਲੀ ਗੱਲ ਨਾ ਕਰੀਏ, ਆਪਾਂ ਗੱਲ ਕਰੀਏ ਬੀਇੰਗ ਇੰਡੀਅਨ, ਬੀਇੰਗ ਹਿੰਦੁਸਤਾਨੀ। ਹਾਂ, ਜਦੋਂ ਇੱਕ ਬੰਦਾ ਵਿਸ਼ਵਾਸ ਦਵਾਉਂਦਾ ਉਹਨਾਂ ਦਾ ਪ੍ਰਧਾਨ ਮੰਤਰੀ ਹੁੰਦਾ ਵੀ ਅਸੀਂ ਹਿੰਦੂ ਚੀਨੀ ਬਾਈ ਆ, ਵਿਸ਼ਵਾਸ ਆਪਣੇ ਤੇ ਦਵਾ ਗਿਆ। ਜੇ ਉਹ ਪੇਟੇ ਛੁਰਾ ਮਾਰਦੇ ਉਹਦਾ ਹੱਲ ਕੀ ਹੈ? ਕਾਂਗਰਸ ਨੇ ਇੱਕ ਵਾਰੀ ਵਿਸ਼ਵਾਸ ਕੀਤਾ, 1962 ਤੋਂ ਬਾਅਦ ਵਿਸ਼ਵਾਸ ਨਹੀਂ ਕੀਤਾ ਉਹਦਾ। ਆਪਾਂ ਵਿਸ਼ਵਾਸ ਕਰ ਰਹੇ ਹਾਂ ਹੁਣ। 70 ਸਾਲ ਸਰਕਾਰ ਹੀ ਤੁਸੀਂ ਕਿੰਨਾ ਉਹਨੇ ਸਮਾਨ ਦਾ ਬਿਲਕੁਲ ਨੇੜੇ ਨਹੀਂ ਲੱਗਣ ਦਿੱਤਾ ਉਹਨੇ। ਤੁਸੀਂ ਚਾਈਨਾ ਨੂੰ ਕਰ ਲਿਆ। ਇਹ ਗੱਲਾਂ ਭਾਰਤੀ ਚਾਈਨਾ ਪਹਿਲਾਂ 1962 ਤੋਂ ਬਾਅਦ ਉਹਨੇ 1967 ਚ ਕੋਸ਼ਿਸ਼ ਕੀਤੀ। ਸਰਕਾਰ ਦੇ ਵਿੱਚ ਤੁਹਾਡੀ ਦਿਲਸ਼ੀਲਾ ਸਰਕਾਰ ਦੇ ਚਾਈਨਾ ਤੋਂ ਬਹੁਤ ਡਿਵੈਲਪਮੈਂਟ ਲਈ ਸਮਾਨ ਹੈ ਚਾਈਨਾ ਵਿੱਚ ਆਇਆ। ਮੈਂ ਤਾਂ ਫਿਗਰ ਦੇਤੀ, ਮੈਂ ਤਾਂ ਫਿਗਰ ਦੇਤੀ। ਫਿਗਰ 'ਚ ਕਿੰਨਾ ਫਰਕ ਹੈ? 3 ਗੁਣਾ ਦਾ ਫਰਕ ਹੈ ਫਿਗਰ 'ਚ। ਕੋਸਟਰ ਨਾਲੋਂ ਕੋਈ ਸੁਝਾਅ ਵੀ ਦਿਓ ਪ੍ਰਧਾਨ ਮੰਤਰੀ ਕਿਸ ਤਰ੍ਹਾਂ ਹੋਣਾ ਚਾਹੀਦਾ। ਜੇ ਅੱਜ ਆਪਾਂ ਲਕੀਰ ਨੂੰ ਪਿੱਟੀ ਜਾਵਾਂਗੇ ਇਹਦਾ ਕੋਈ ਹੱਲ ਨਹੀਂ ਹੈਗਾ। ਕੋਈ ਅਸੀਂ ਚਾਹੁੰਦੇ ਆ ਕੋਈ ਠੋਸ ਪ੍ਰਧਾਨ ਮੰਤਰੀ ਨੂੰ ਹੱਲ ਕੱਢਣਾ ਚਾਹੀਦਾ। ਪ੍ਰਧਾਨ ਮੰਤਰੀ ਵਿਸ਼ਵਾਸ ਦਵਾਇਆ ਕਿ ਜਿਹੜੇ 20 ਸੈਨਿਕ ਮਾਰੇ ਗਏ ਉਹਨਾਂ ਦੀ ਜਿਹੜੀ ਜਾਨ ਨਜਾਇਜ਼ ਨਹੀਂ ਹੋਊਗੀ, ਉਹਦਾ ਬਦਲਾ ਲਿੱਤਾ ਜਾਊਗਾ। ਕੀ ਇਹ ਪਲੈਨਿੰਗ ਸਰਕਾਰ ਕਰਦੀ ਹੈ? ਇਹਨੂੰ ਵਕਤ ਚਾਹੀਦਾ ਹੁੰਦਾ। ਇਹ ਛੋਟੀ ਗੱਲ ਨਹੀਂ ਹੈਗੀ ਜੇ ਉਹਨਾਂ ਨੇ ਮਾਰਤੇ ਜਾ ਕੇ ਅਸੀਂ ਬੰਬ ਛੱਡ ਕੇ ਕਰ ਦਈਏ। ਇਹਨੂੰ ਪੂਰਾ ਡਿਫੈਂਸ ਨਾਲ ਸਲਾਹ ਕਰਕੇ ਮਸ਼ਵਰੇ ਕਰਕੇ ਹਰ ਚੀਜ਼ ਦੇ ਵਿੱਚ ਹਰ ਪਹਿਲੂ ਦੇਖਣੇ ਪੈਣੇ ਆ, ਅਵਸਥਾ ਦੇ ਵੈਲੂ ਦੇਖਣਾ ਪੈਣਾ, ਫਿਰ ਦੇ ਕੇ ਫੈਸਲੇ ਲਿੱਤੇ ਜਾਂਦੇ ਨੇ। ਚਲੋ ਤੁਸੀਂ ਕੀ ਸਮਝਦੇ ਹੋ? ਕੀ ਹੱਲ ਹੈ ਇਹਦਾ? ਹੁਣ ਅਸਲ ਨਿਸ਼ਕਰਸ਼ ਕੀ ਕਰਨਾ ਚਾਹੁੰਦੇ ਹੋ? ਜਦੋਂ ਪਹਿਲਾਂ ਅੱਜ ਸਾਡੇ ਕਿਹੜੇ ਐਕਸ਼ਨ ਸਾਨੂੰ ਲੈਣੇ ਪੈਣੇ ਇਹ ਦੱਸੋ। ਚਲੋ ਦੋ ਐਕਸ਼ਨ ਤਾਂ ਇਹ ਹੈ ਵੀ ਸਾਨੂੰ ਤਾਂ ਪੂਰਾ ਦਾ ਬਾਈਕਾਟ ਕਰਨਾ ਚਾਹੀਦਾ। ਤੇ ਜਿਹੜੇ 20 ਬੰਦੇ ਸਾਡੇ ਜਵਾਨ ਸ਼ਹੀਦ ਹੋਏ ਉਹਨਾਂ ਦੀ ਸ਼ਹੀਦ ਹੋਇਆਂ ਦੀ ਪਤਾ ਕੀ ਆ, ਇਹ ਦੱਸੀਏ ਪਤਾ ਕੀ ਆ ਬਈ ਇਹ ਪ੍ਰਧਾਨ ਮੰਤਰੀ ਕੀ ਕਰ ਰਹੇ ਉਹਨਾਂ ਵਾਸਤੇ। ਦੇਖੋ, ਚਾਹੇ ਸੂਬੇ ਦੀਆਂ ਸਰਕਾਰਾਂ ਨੇ ਕੈਪਟਨ ਸਾਹਿਬ ਨੇ ਪਹਿਲਾਂ 12 ਲੱਖ ਕਿਹਾ ਸੀ, ਫਿਰ 50-50 ਲੱਖ ਤੱਕ ਕਹਿ ਦਿੱਤਾ। ਇਹ ਤਾਂ ਜਿਹੜੀ ਹੈ ਮਨੀ ਦੀ ਜਿਹੜੀ ਹੈ ਉਹਨਾਂ ਦਾ ਮੁੱਲ ਕੋਈ ਨਹੀਂ ਹੈ, ਲੇਕਿਨ ਜਿਹੜੀ ਸ਼ਹਾਦਤ ਹੋਈ ਆ ਉਹਨਾਂ ਦੀ ਮੈਨੂੰ ਯਾਦ ਆ ਹੋਰ ਵੀ ਜਿਹੜੇ ਉਹਨਾਂ ਦੀ ਕਿਸੇ ਦੀ ਮਾਂ ਦਾ ਪੁੱਤ ਚਲ ਗਿਆ, ਕਿਸੇ ਦਾ ਸੁਹਾਗ ਚਲੇ ਗਿਆ, ਕਿਸੇ ਦਾ ਭਰਾ ਚਲੇ ਗਿਆ, ਉਹਦਾ ਜਿਹੜਾ ਹੈ ਜਾਨ ਦੀ ਕੀਮਤ ਪੈਸੇ ਨਹੀਂ ਹੈ, ਲੇਕਿਨ ਉਹਦਾ ਜਵਾਬ ਮੰਗਦਾ ਅੱਜ ਇਸ ਦੇਸ਼, ਉਹ ਜਵਾਬ ਦੇਣਾ ਪੈਣਾ। ਦੇਖੋ ਗੱਲ ਇਹ ਹੈ, ਐਕਸ਼ਨ ਦੀ ਲੋੜ ਹੈ। ਮੈਂ ਐਕਸ਼ਨ ਪੁੱਛ ਰਿਹਾ, ਐਕਸ਼ਨ ਕੀ ਹੈ? ਜਵਾਬ ਜਿਹੜਾ ਹੈ ਉਹ ਢੁਕਵਾਂ ਬਣਦਾ ਹੈ। ਕੀ ਹੁਣੇ ਹੀ ਢਿੱਲੋਂ ਸਾਹਿਬ ਨੇ ਕਲੇਮ ਕੀਤਾ ਸੀ ਵੀ ਅਸੀਂ ਪਾਕਿਸਤਾਨ ਦੇ ਖਿਲਾਫ ਇਮੀਡੀਏਟਲੀ ਉਹ ਕੀਤਾ, ਪਲਾਨ ਕਰਕੇ ਕੀਤਾ, ਸਰਜੀਕਲ ਸਟ੍ਰਾਈਕ ਕੀਤੀ ਇਹਨਾਂ ਨੇ ਜੀ। ਔਰ ਆਪਣੇ 20 ਬੰਦੇ ਮਰਨ ਤੋਂ ਬਾਅਦ ਸਭ ਤੋਂ ਪਹਿਲਾਂ ਤਾਂ ਸਾਡੀ ਸਰਕਾਰ ਦਾ ਢੁਲਮੁਲ ਰਵੱਈਆ ਜਾ ਰਿਹਾ ਜਿਹੜਾ ਲੋਕਾਂ ਦੀ ਸਮਝ 'ਚ ਨਹੀਂ ਆ ਰਿਹਾ। ਇੱਕ ਏਜੰਸੀ ਸਰਕਾਰ ਦੀ ਕਹਿੰਦੀ ਹੈ ਕਿ 3 ਬੰਦੇ ਸਾਡੇ ਸ਼ਹੀਦ ਹੋਏ, ਫਿਰ ਕਹਿੰਦੇ ਵੀ ATI
ਪੀਟੀਆਈ ਕਹਿੰਦੀ ਹੈ 10 ਬੰਦੇ ਸ਼ਹੀਦ ਹੋਏ, ANI ਕਹਿੰਦੀ ਹੈ 20 ਬੰਦੇ ਸ਼ਹੀਦ ਹੋਏ। ਅਲੱਗ-ਅਲੱਗ ਚੈਨਲਾਂ ਤੇ ਅਲੱਗ-ਅਲੱਗ ਨਿਊਜ਼ ਆ ਰਹੀ ਸੀ, ਲੋਕ ਬੜੇ ਭੰਬਲ ਭੂਸੇ 'ਚ ਪਏ ਸੀ ਵੀ ਅਲਟੀਮੇਟਲੀ ਇਹ ਹੋ ਕੀ ਰਿਹਾ। ਅਗਲੇ ਦਿਨ ਜਾ ਕੇ ਉਹਨਾਂ ਨੇ ਸਾਰੇ ਚੈਨਲਾਂ ਦੇ ਇੱਕ ਜੁਆਇੰਟ ਇੱਕ ਸਟੇਟਮੈਂਟ ਆਈ, 20 ਬੰਦਿਆਂ ਦੀ ਕਨਫਰਮੇਸ਼ਨ ਆਈ। ਔਰ ਉਸ ਤੋਂ ਬਾਅਦ ਫਿਰ ਇਹ ਕਹਿਣ ਲੱਗੇ ਵੀ ਸਾਡਾ ਕੋਈ ਬੰਦਾ ਬੰਦਕ ਨਹੀਂ ਬਣਾਇਆ ਉਹਨਾਂ ਨੇ, ਕੋਈ ਬੰਦਾ ਸਾਡਾ ਕੈਪਚਰ ਨਹੀਂ ਕੀਤਾ, ਅਰੈਸਟ ਨਹੀਂ ਕੀਤਾ। ਫਿਰ ਆ ਗਿਆ ਕਿ ਜੀ 10 ਬੰਦੇ ਅਸੀਂ ਛੁਡਾ ਲਏ। ਜੇ ਸਾਡਾ ਬੰਦਾ ਕੋਈ ਕੈਪਚਰ ਹੀ ਨਹੀਂ ਸੀ ਕੀਤਾ ਤੇ 10 ਛੁਡਾ ਕਿੱਥੋਂ ਲਏ? ਲੋਕਾਂ ਲੈਵਲ ਤੇ ਕਹਿੰਦੇ ਮੀਟਿੰਗ ਹੋ ਰਹੀ ਸੀ, ਫਿਰ 20 ਬੰਦੇ ਸਾਡੇ ਸ਼ਹੀਦ ਹੋਣ ਤੋਂ ਬਾਅਦ ਵੀ ਜਿਹੜੀ ਹੈ ਉਹ ਗੱਲਬਾਤ ਚੱਲ ਰਹੀ ਹੈ, ਮੀਟਿੰਗ ਚੱਲ ਰਹੀ, ਉਹਦੇ ਬਾਰੇ ਦੇਸ਼ ਨੂੰ ਦੱਸਿਆ ਜਾਵੇ ਕਿ ਅਸੀਂ ਕੀ ਗੱਲ ਕਰ ਰਹੇ ਹਾਂ ਉਹਦੇ, ਔਰ ਉਹ ਕਿਉਂ ਕਰ ਰਹੇ ਹਾਂ, ਉਹਦਾ ਕੀ ਕਾਰਨ ਹੈ। ਲਾਸਟ ਜੀ ਕੀ ਐਕਸ਼ਨ ਕੀ ਹੋਣਾ ਚਾਹੀਦਾ? ਆਪਾਂ ਹੁਣ ਡਿਸਕਸ਼ਨ ਤੇ ਨਹੀਂ ਪੈਣਾ, ਮੈਂ ਐਕਸ਼ਨ ਕੋਰ ਆਫ ਐਕਸ਼ਨ ਦੱਸੋ। ਹੁਣ ਗੱਲਾਂ ਬਹੁਤ ਹੋ ਗਈਆਂ। ਡਿਫੈਂਸ ਦੀ ਕਈ ਖੁਫੀਆ ਨੀਤੀਆਂ ਹੁੰਦੀਆਂ, ਇਹ ਨਹੀਂ ਕਿ ਤੁਸੀਂ ਜਿਹੜਾ ਰਾਹੁਲ ਗਾਂਧੀ ਸਵਾਲ ਪੁੱਛਦੇ ਜੀ ਦੱਸੋ ਕੀ ਹੋਣਾ, ਕਿਵੇਂ ਕਰਨਾ। ਡਿਫੈਂਸ ਕਦੀ ਕਿਸੇ ਨੂੰ ਦੱਸ ਕੇ ਨਹੀਂ ਜੇ ਸਰਜੀਕਲ ਸਟ੍ਰਾਈਕ ਕੀਤੀਆਂ, ਨਾ ਕਿਸੇ ਨੂੰ ਪਤਾ ਲੱਗਣ ਦਿੱਤਾ, ਨਾ ਕਿਸੇ ਲੀਡਰ ਨੂੰ ਪਤਾ ਲੱਗਣ ਦਿੱਤਾ। ਜਦੋਂ ਹੋ ਗਈਆਂ ਉਦੋਂ ਸਿਰੇ ਉੱਠ ਕੇ ਦੇਸ਼ ਨੂੰ ਦੱਸਿਆ ਗਿਆ ਕਿ ਰਾਤ ਨੂੰ ਸਰਜੀਕਲ ਸਟ੍ਰਾਈਕ ਹੋਈਆਂ। ਲਾਸਟ ਅਸੀਂ ਇੱਕੋ ਤੇ ਆਨੇ ਆ। ਹੁਣ ਅਸੀਂ ਲਾਸਟ ਇਹ ਦੱਸਣਾ ਵੀ ਜਿਹੜਾ ਕੋਰ ਆਫ ਐਕਸ਼ਨ ਹੈ, ਸਭ ਤੋਂ ਪਹਿਲਾਂ ਸਾਰੇ ਤੁਸੀਂ ਸਹਿਮਤ ਹੋ ਵੀ ਸਾਨੂੰ ਚਾਈਨਾ ਦਾ ਹਰ ਚੀਜ਼ ਜਿਹੜੀ ਹੈ ਉਹ ਬਾਈਕਾਟ ਕਰਨੀ ਚਾਹੀਦੀ ਕਿ ਨਹੀਂ ਚਾਹੀਦੀ? ਲਾਕਡਾਊਨ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਉਸ ਤੋਂ ਬਾਅਦ ਦੇਸ਼ ਦੀ ਸੁਰੱਖਿਆ ਵਾਸਤੇ ਕੀ ਕੋਈ ਆਪਣਾ ਲਾਕਡਾਊਨ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਖੁੱਲ੍ਹ ਕੇ ਕਿਹਾ ਸੀ ਵੀ ਆਪਣਾ ਪ੍ਰੋਡਕਟ ਤਿਆਰ ਕਰੋ, ਉਹਦੀ ਪ੍ਰਮੋਟ ਤੁਸੀਂ ਆਪ ਕਰੋ। ਉਹਨਾਂ ਨੇ ਪਹਿਲੇ ਕਲੀਅਰ ਕੀਤਾ ਹੋਇਆ ਉਹਨਾਂ ਨੇ ਕਿਹਾ ਸੀ ਆਤਮਨਿਰਭਰ ਬਣੋ, ਹਰ ਚੀਜ਼ ਆਪਣੀ ਤਿਆਰ ਕਰੋ। ਇਹ ਤਾਂ ਸਵਾਲ ਤਾਂ ਤੁਸੀਂ ਤਾਂ ਪੁੱਛੋ ਦੇਸ਼ ਦਾ ਯਾਰ ਮੇਕ ਇਨ ਇੰਡੀਆ। ਅੱਜ ਸਾਰਾ ਵਰਲਡ ਇੰਡੀਆ ਦੀ ਪਿੱਠ ਤੇ ਖੜਾ ਹੈ ਜੀ। 199 ਦੇਸ਼ਾਂ ਚੋਂ 184 ਦੇਸ਼ ਜੀ ਇੰਡੀਆ ਦੀ ਪਿੱਠ ਤੇ ਖੜੇ ਹੈ ਜੀ। ਅੱਜ ਇਹ ਮੌਕਾ ਹੈ, ਆਪਾਂ ਸਾਡੀ ਸਰਕਾਰ ਸਾਡੀ ਫੌਜ ਨੂੰ ਕੋਈ ਠੋਸ ਆਦੇਸ਼ ਦੇ ਕੇ ਚਾਈਨਾ ਦਾ ਲੱਕ ਤੋੜਨਵਾ ਕੋਈ ਨਾ ਕੋਈ ਆਦੇਸ਼ ਦੇ, ਜਿਹਦੇ ਨਾਲ ਚਾਈਨਾ ਮੁੜ ਕੇ ਇਹੋ ਜਿਹੀ ਹਿੰਮਤ ਨਾ ਕਰ ਸਕੇ। 1967 ਚ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਸੀ, ਉਹਨੂੰ ਢੁਕਵਾਂ ਜਵਾਬ ਮਿਲਿਆ, ਉਹਨੇ ਮੁੜ ਕੇ ਹਿੰਮਤ ਨਹੀਂ ਕੀਤੀ। 1987 ਚ ਰਾਜੀਵ ਗਾਂਧੀ ਜੀ ਨੇ ਜਦੋਂ ਘੁੜਕੀ ਦਿੱਤੀ ਉਹ ਪਿੱਛੇ ਮੁੜ ਗਏ। ਅੱਜ 1987 ਤੋਂ ਬਾਅਦ 2020 ਦੇ ਵਿੱਚ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਹੈ ਤੇ ਅੱਜ ਫਿਰ ਮੌਕਾ ਹੈ ਉਹਨੂੰ ਢੁਕਵਾਂ ਜਵਾਬ ਦੇ ਕੇ। ਸਾਰਾ ਵਰਲਡ ਅੱਜ ਇੰਡੀਆ ਦੀ ਪਿੱਠ ਤੇ ਖੜਾ ਹੈ ਔਰ ਉਹਨੂੰ ਇਸ ਮੌਕੇ ਦਾ ਫਾਇਦਾ ਉਠਾ ਕੇ ਉਹਨੂੰ ਢੁਕਵਾਂ ਜਵਾਬ ਦੇਣਾ ਚਾਹੀਦਾ ਹੈ, ਚਾਹੇ ਉਹ ਮਿਲਟਰੀ ਐਗਰੈਸ਼ਨ ਹੋਵੇ, ਚਾਹੇ ਉਹ ਪੀਸਫੁਲ ਡਿਸਕਸ਼ਨ ਹੋਵੇ, ਚਾਹੇ ਉਹ ਜੋ ਵੀ ਹੋਵੇ, ਲੇਕਿਨ ਉਹ ਅੱਗੇ ਤੋਂ ਇਹੋ ਜਿਹੀ ਹਿੰਮਤ ਨਾ ਕਰ ਸਕੇ। ਕੋਈ ਨਾ ਕੋਈ ਵਾਕਈ ਹੱਲ ਨਿਕਲਣਾ ਚਾਹੀਦਾ ਤਾਂ ਕਿ ਅੱਗੇ ਤੋਂ ਚਾਈਨਾ ਇਦਾਂ ਦੀ ਘਿਨੌਣੀ ਹਰਕਤ ਨਾ ਕਰ ਸਕੇ। ਇਹ ਕੰਮ ਜਿਹੜਾ ਕਾਨੂੰਨੀ ਹਰਕਤ ਕੀਤੀ ਆ ਉਹਨੂੰ ਢੁਕਵਾਂ ਜਵਾਬ ਦੇਣਾ ਚਾਹੀਦਾ। ਅੱਜ ਇਸ ਪੈਨਲ ਤੋਂ ਇਹੀ ਨਿਕਲਿਆ ਨਿਸ਼ਕਰਸ਼, ਔਰ ਸਾਰਾ ਦੇਸ਼ ਵੀ ਚਾਹੁੰਦਾ ਵੀ ਪ੍ਰਧਾਨ ਮੰਤਰੀ ਕੇਂਦਰ ਸਰਕਾਰ ਅੱਜ ਜਿਹੜੀ ਮੀਟਿੰਗ ਕਰ ਰਹੇ ਹੋ ਉਹਦੇ ਵਿੱਚ ਜ਼ਰੂਰ ਦੇਸ਼ ਨੂੰ ਦੱਸੋ ਕਿ ਤੁਸੀਂ ਚਾਈਨਾ ਖਿਲਾਫ ਕੀ ਐਕਸ਼ਨ ਲੈ ਰਹੇ ਹੋ। ਸਾਰਾ ਕੁਝ ਬਾਈਕਾਟ ਹੋਣਾ ਚਾਹੀਦਾ ਤਾਂ ਕਿ ਉਹਨੂੰ ਚਾਈਨਾ ਨੂੰ ਸਮਝ ਆ ਜਾਏ ਕਿ ਸਾਡੀ ਹੀ ਜਿਹੜੀ ਅਰਥ ਵਿਵਸਥਾ ਤੇ ਤੁਸੀਂ ਪਲਦੇ ਹੋਏ ਸਾਨੂੰ ਹੀ ਅੱਖਾਂ ਦਿਖਾ ਰਹੇ ਹੋ, ਇਹ ਨਹੀਂ ਹੋਣਾ ਚਾਹੀਦਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹ ਕਹਾਂਗਾ ਕਿ ਜੋਸ਼ ਦੇ ਨਾਲ ਹੋਸ਼ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਹੋਸ਼ ਦੇ ਨਾਲ ਚਾਈਨਾ ਨੂੰ ਹੋਸ਼ ਟਿਕਾਣੇ ਲਿਆ ਦਿਓ। ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਦੀ ਵੀ ਇਹ ਚਾਹਾਂਗੇ ਨਹੀਂ ਵੀ ਚਾਈਨਾ ਕਦੀ ਵੀ ਸਾਡੇ ਵੱਲ ਅੱਖ ਕਰੇ, ਔਰ ਇੱਕ ਵੀ ਇੰਚ ਅਗਰ ਗਲਵਾਨ ਦੀ ਅਸੀਂ ਦੇਣੀ ਨਹੀਂ ਹੈ, ਚਾਹੇ ਜਿੰਨਾ ਮਰਜ਼ੀ ਜ਼ੋਰ ਲਗਾ ਲਏ। ਅੱਜ ਜਿਹੜਾ ਹਿੰਦੁਸਤਾਨ ਆ 1962 ਵਾਲਾ ਹਿੰਦੁਸਤਾਨ ਨਹੀਂ ਆ। ਅੱਜ ਹਿੰਦੁਸਤਾਨ ਪੂਰੀ ਦੁਨੀਆ ਨਾਲ ਲੋਹਾ ਲੈ ਸਕਦਾ ਔਰ ਪੂਰੀ ਦੁਨੀਆ ਹਿੰਦੁਸਤਾਨ ਨਾਲ ਖੜੀ ਆ ਇਸ ਕਾਨੂੰਨੀ ਹਰਕਤ ਦੇ ਪਿੱਛੇ। ਔਰ ਨਾਲ ਦੇ ਨਾਲ ਮੈਂ ਜਾਂਦਾ ਇਹ ਜ਼ਰੂਰ ਕਹਾਂਗਾ, ਉਹ ਕਹਿੰਦੇ ਗਮੋਂ ਕੇ ਆਗੋਸ਼ में जो पलते हैं वही दुनिया का रुख बदलते हैं, राहें चाहे कितनी भी हो मुश्किल देश के जवान फिर भी चलते हैं। ਵੈਰੀ ਗੁੱਡ। ਇਹਨਾਂ ਸ਼ਬਦਾਂ ਨਾਲ ਹੀ ਮੈਂ ਰਾਜੇਸ਼ ਮਹਿਰਾ ਤੁਹਾਡੇ ਕੋਲ ਇਜਾਜ਼ਤ ਚਾਹੁੰਦਾ ਔਰ ਸਾਡੇ ਪੈਨਲ ਦੇ ਵਿੱਚ ਬਹੁਤ ਜੀ ਵੀ ਆਏ ਉਹਨਾਂ ਦਾ ਵੀ ਧੰਨਵਾਦ ਕਰਦਾ।